देश दुनिया च वसते पंजाबियों को खुशामदीद। मैं हरजिंदर सिंह रंधावा, तुस देख रहे हो पंजाब टेलीविजन और मेरे नाल ने सरदार गुरचरणजीत सिंह लांबा, उगे सिख विद्वान। सरदार साहब जी आया। धन्यवाद। वाहिगुरू जी का खालसा, वाहिगुरू जी की फतेह। वाहिगुरू जी की फतेह। सरदार साहब, भावनावां ते मनोवेग हड़ वांग आउंदे है, इन्हां नूं चैनलाइज करना पैंदा है। मेरा पिंड शहीद भाई लक्ष्मण सिंह धौरवाली दे पिंड तो महज 3 मील दी विथ ते है ते बंदे दा भावुक होना इन्हां मौकिਆਂ ते बड़ा ਜ਼ਰੂਰੀ ਹੁੰਦਾ ਹੈ ਕਿ ਜਦੋਂ ਇਤਿਹਾਸਕ ਦਿਨ ਤੁਹਾਡੀਆਂ ਬਰੂਹਾਂ ਤੇ ਆ ਖਲੋਂਦਾ ਹੈ। ਮੈਂ ਉਹਨਾਂ ਰਾਵਾਂ ਰਸਤਿਆਂ ਦੇ ਉੱਤੇ ਝਾਤ ਪਾਉਂਦਾ ਸੀ। ਸ਼ਾਇਦ 19 ਫਰਵਰੀ 1921 ਨੂੰ ਉਦੋਂ ਰਾਹ ਵੀ ਨਾ ਹੋਣ, ਪਗਡੰਡੀਆਂ ਹੋਣਗੀਆਂ ਤੇ ਜਦੋਂ ਉਹ ਢਲਦੀ ਸ਼ਾਮ ਨੂੰ ਉਹ ਸਰਦਾਰ ਉਹ ਯੋਧਾ ਆਪਣੇ ਪਿੰਡੋਂ ਦਰਸ਼ਨਾਂ ਲਈ ਅਰਦਾਸ ਕਰਕੇ ਨਿਕਲਿਆ ਗੁਰਦੁਆਰਾ ਨਨਕਾਣਾ ਸਾਹਿਬ ਨੂੰ, ਜਨਮ ਸਥਾਨ ਨੂੰ, ਤੇ ਉਦੋਂ ਮਨ ਦੇ ਵਿੱਚ ਪ੍ਰਬਲ ਭਾਵਨਾਵਾਂ ਦਾ ਵੇਗ ਕਿਹੋ ਜਿਹਾ ਹੋਊਗਾ ਤੇ ਉਹ ਕਿਵੇਂ ਲੋਕ ਨਾਲ ਤੁਰਦੇ ਜਾਂਦੇ ਆ। ਉਹ ਜਦੋਂ ਮਰਜੀਬੜੇ ਨੂੰ ਇਹ ਵੀ ਪਤਾ ਲੱਗ ਜਾਂਦਾ, ਸੁਨੇਹਾ ਮਿਲ ਜਾਂਦਾ ਅੱਗੋਂ ਕਿ ਅੱਗੇ ਜਾਣਾ ਖਤਰੇ ਤੋਂ ਖਾਲੀ ਨਹੀਂ, ਲੇਕਿਨ ਸਿੰਘ ਅਰਦਾਸ ਦੀ ਕੀਮਤ ਜਾਣਦਾ ਸੀ ਤੇ ਫਿਰ ਉਹ ਮਹੰਤ ਜਿਹੜਾ ਉੱਥੇ ਕਾਬਜ ਸੀ ਉੱਥੇ ਪਹੁੰਚ ਜਾਂਦਾ ਹੈ ਔਰ ਫਿਰ ਜੋ ਹੁੰਦਾ ਹੈ ਉਹ ਇਤਿਹਾਸਕ ਵਰਤਾਰੇ ਆ। ਅੱਜ ਉਸ ਮੋੜ ਤੇ ਖੜੇ ਆ 100 ਸਾਲ ਬਾਅਦ, ਆਪਣੇ ਆਪ ਨੂੰ ਮੁਲਾਂਕਣ ਕਰਨ ਲੱਗਿਆ ਇਹ ਕੈਮਰਿਆਂ ਦੇ ਸਾਹਮਣੇ ਬੜੇ ਛੋਟੇ, ਬੜੇ ਬੌਣੇ, ਬੜੇ ਊਣੇ ਮਹਿਸੂਸ ਕਰਦੇ ਆ। ਭਾਵਨਾਵਾਂ ਜਿਵੇਂ ਮਰਜ਼ੀ ਅਸੀਂ ਉਹਨਾਂ ਦਾ ਜ਼ਿਕਰ ਛੇੜ ਲਈਏ, ਲੇਕਿਨ ਕੁਰਬਾਨੀ ਦਾ ਜਜ਼ਬਾ ਬੜਾ ਪਾਵਨ ਹੁੰਦਾ ਹੈ ਤੇ ਬਹੁਤ ਹੀ ਸਿਖਰਲਾ ਹੁੰਦਾ ਹੈ। ਆਪਣੇ ਆਪ ਨੂੰ ਪੇਸ਼ ਕਰ ਦੇਣਾ, ਆਪਣੇ ਆਪ ਨੂੰ ਪੇਸ਼ ਕਰ ਦੇਣਾ, ਕੁਰਬਾਨ ਕਰ ਦੇਣਾ ਔਰ ਜੀਵਨ ਨੂੰ ਪਿੱਛੇ ਛੱਡ ਦੇਣਾ, ਮੌਤ ਨੂੰ ਵਰ ਲੈਣਾ, ਇਹ ਵੱਡੀਆਂ ਗੱਲਾਂ ਨੇ। ਗੱਲਾਂ ਕਰਨੀਆਂ ਤੇ ਸੌਖੀਆਂ, ਮੈਨੂੰ ਲੱਗਦਾ ਉਹ ਮਰਹਲੇ ਬੜੇ ਔਖੇ ਆ। ਸਾਨੂੰ ਛੋਟਾ ਜਿਹਾ ਰੋਗ ਲੱਗਦਾ, ਸਾਡੀਆਂ ਚੀਕਾਂ ਵੱਜਦੀਆਂ ਨੇ। ਸਰਦਾਰ ਸਾਹਿਬ, ਮੈਨੂੰ ਹੁਣ ਉਹ ਮੰਜ਼ਰ ਸਿਰਜ ਕੇ ਦੱਸਿਓ ਕਿ 100 ਸਾਲ ਪਹਿਲਾਂ ਜਦੋਂ ਸ਼ਹੀਦ ਭਾਈ ਲక్ష్మణ ਸਿੰਘ ਧਾਰੋਵਾਲੀ ਆਪਣੇ ਬਹੁਤ ਸਾਰੇ ਸਾਥੀਆਂ ਨਾਲ ਅੰਦਰ ਸ਼ਾਮਲ ਹੁੰਦਾ ਹੈ ਤੇ ਉਸ ਤੋਂ ਬਾਅਦ ਮਹੰਤ ਕੀ ਕਰਦਾ ਹੈ, ਫਿਰ ਉਸ ਤੋਂ ਇਤਿਹਾਸ ਦਾ ਜ਼ਿਕਰ ਕਰਾਂਗੇ, ਕਿਵੇਂ ਹੋਇਆ ਮਹੰਤ ਕਾਬਜ, ਕਿਵੇਂ ਹੋਇਆ, ਅੱਜ ਦੀ ਸਥਿਤੀ 'ਚ ਅਸੀਂ 100 ਸਾਲ ਬਾਅਦ ਕਿੱਥੇ ਖੜੇ ਹਾਂ। ਬੜੇ ਸਵਾਲ ਨੇ, ਲੇਕਿਨ ਮੈਨੂੰ ਉਹ ਮੰਜ਼ਰ ਸਿਰਜ ਕੇ ਦੱਸਿਓ ਜਿਹੜਾ ਇਤਿਹਾਸ ਦੀਆਂ ਪੈੜਾਂ 'ਚ ਗਵਾਚਦਾ ਜਾਂਦਾ ਹੈ। ਤੁਸੀਂ ਬਿਲਕੁਲ ਸਹੀ ਕਿਹਾ ਹੈਗਾ। ਅੱਜ ਜੋ ਉਸ ਸਮੇਂ ਨੂੰ ਵਿਚਰਨਿਆ, ਉਸ ਨੂੰ ਵਿਚਾਰਦੇ ਆ, ਅਗਰ ਇੱਕ ਤੁਕ ਵਿੱਚ ਕਹਿ ਲਿਆ ਜਾਏ ਤੇ ਜਿਹੜਾ ਸੱਦਾ ਪੱਤਰ ਉਸ ਮਹਾਨ ਸਥਾਨ ਤੇ ਸ਼ਾਮਲ ਹੋਣ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਸੀ ਔਰ ਜਿਨ੍ਹਾਂ ਨੇ ਉਸ ਭਾਵਨਾ ਨੂੰ ਸਮਝ ਲਿਆ, ਉਹ ਉਹਨਾਂ ਲਈ ਉਹ ਇੱਕ ਸੱਦਾ ਸੀ ਔਰ ਉਹਦੇ ਬਾਅਦ ਇਹ ਸੀ ਕਿ ਗੁਰੂ ਹੁਣ ਉਹਨਾਂ ਨੂੰ ਆਪਣੀ ਗਲਵਕੜੀ ਵਿੱਚ ਲੈਣ ਲਈ ਬੁਲਾ ਰਿਹਾ ਹੈ, ਆਵਾਜ਼ਾਂ ਮਾਰ ਰਿਹਾ ਹੈ। ਉਹ ਕੀ ਸੀ? ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਹ ਬਚਨ ਸੀ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਇੱਕ ਸੁਨੇਹਾ ਸੀ ਜਿਹੜਾ ਉਹਨਾਂ ਸਿੰਘਾਂ ਨੂੰ ਮਿਲਿਆ ਔਰ ਜਿਸ ਵੇਲੇ ਉਹਨਾਂ ਨੇ ਇਹ ਫੈਸਲਾ ਕਰ ਲਿਆ ਕਿ ਇਸ ਪਾਵਨ ਸਥਾਨ ਦੀ ਜੋ ਬੇਹੁਰਮਤੀ ਹੋ ਰਹੀ ਹੈ ਔਰ ਜਿਹੜੀ ਬੇਹੁਰਮਤੀ ਵੀ ਅੱਜ ਦੇ ਇਸ ਖੁੱਲੇ ਯੁੱਗ ਦੇ ਵਿੱਚ ਵੀ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਕਿ ਜਿਹੜਾ ਉਹ ਮਹੰਤ ਜਿਸ ਤਰੀਕੇ ਦੇ ਨਾਲ ਉਸ ਪਾਵਨ ਸਥਾਨ, ਉਸ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਸ ਪਾਵਨ ਜਨਮ ਸਥਾਨ ਦੇ ਉੱਤੇ ਉਹ ਸ਼ਰੇਆਮ ਉਹ ਵੇਸ਼ਾਵਾਂ ਬੁਲਾ ਕੇ ਉਹਨਾਂ ਦੇ ਨਾਚ ਕਰਵਾਉਂਦਾ ਹੈ ਔਰ ਉਹ ਉੱਥੇ ਸ਼ਰਾਬੀ, ਕਬਾਬੀ, ਪੰਜੇ ਐਬ ਸ਼ਰਈ ਹੈ ਔਰ ਸਾਰੇ ਕੋ ਕਰਮ ਕਰਦਾ ਹੈ। ਪਰ ਉਸਨੂੰ ਇੱਕ ਬੜੀ ਵੱਡਾ ਆਪਣੇ ਤੇ ਮਾਣ ਹੈ ਕਿ ਹਕੂਮਤ ਮੇਰੇ ਨਾਲ ਹੈ, ਕੁਝ ਸਿੱਖ ਵਿਕੇ ਹੋਏ ਵੀ ਮੇਰੇ ਨਾਲ ਹੈ, ਸਰਕਾਰੇ ਦਰਬਾਰੇ ਵੀ ਮੇਰਾ ਅਸਰ ਰਸੂਖ ਹੈ, ਇਹ ਸਿੰਘ ਮੇਰਾ ਕਰ ਕੀ ਲੈਣਗੇ। ਇਹ ਜਿਹੜੀ ਉਹਦੇ ਅੰਦਰ ਜਿਹੜੀ ਭਾਵਨਾ ਸੀਗੀ ਔਰ ਉਸ ਭਾਵਨਾ ਦੇ ਨਾਲ, ਔਰ ਜਦੋਂ ਫਿਰ ਦੇਖ ਲਿਆ ਕਿ ਭਾਈ ਲక్ష్మణ ਸਿੰਘ ਔਰ ਜਦੋਂ ਉੱਥੋਂ ਤੁਰੇ ਹੈਗੇ ਆ, ਅਸਲ ਵਿੱਚ ਇਹ ਥੋੜਾ ਜਿਹਾ ਕਮਿਊਨੀਕੇਸ਼ਨ ਗੈਪ ਵੀ ਹੋਇਆ ਇਹਨਾਂ ਦਾ, ਸ਼੍ਰੋਮਣੀ ਕਮੇਟੀ ਦਾ ਔਰ ਭਾਈ ਲక్ష్మణ ਸਿੰਘ ਜੀ ਦਾ ਤੇ ਸਰਦਾਰ ਕਰਤਾਰ ਸਿੰਘ ਚੱਬਰ ਦਾ। ਅਸਲ ਵਿੱਚ ਮਹੰਤ ਨੇ ਇੱਕ ਬੜੀ ਵੱਡੀ ਸਾਜ਼ਿਸ਼ ਦੇ ਤਹਿਤ ਉਸਨੇ ਇਸ ਗੁਰਦੁਆਰਾ ਸਾਹਿਬ ਨੂੰ, ਪਾਵਨ ਸਥਾਨ ਨੂੰ, ਉਸਨੇ ਇੱਕ ਹਿੰਦੂ ਮੰਦਿਰ ਬਣਾਉਣ ਦਾ ਪੂਰਾ ਪ੍ਰੋਗਰਾਮ ਰਚ ਲਿਆ। ਉਸਨੇ ਸਨਾਤਨ ਸਿੱਖ ਸਭਾ ਉੱਥੇ ਬੁਲਾ ਲਈ ਔਰ ਅਫਸੋਸ ਦੀ ਗੱਲ ਇਹ ਹੈ ਕਿ ਉਸਦੇ ਵਿੱਚ ਬਾਬਾ ਕਰਤਾਰ ਸਿੰਘ ਬੇਦੀ ਜਿਹੜੇ ਗੁਰੂ ਪਰਿਵਾਰ ਦੇ ਵਿੱਚੋਂ ਹਨ, ਉਹਦਾ ਸਾਥ ਦੇ ਰਹੇ ਹਨ। ਲਾਲਾ ਲਾਜਪਤ ਰਾਏ ਉਹਦਾ ਸਾਥ ਦੇ ਰਿਹਾ।
ਇੱਕ ਪਾਸੇ ਆਪਣੇ ਆਪ ਨੂੰ ਪੰਜਾਬ ਦਾ ਕੇਸਰੀ ਅਖਵਾਉਂਦਾ ਹੈ, ਉਹਦਾ ਸਾਥ ਦੇ ਰਿਹਾ ਹੈ, ਇਹਦੇ ਲਈ ਇੱਕ ਟਰਸਟ ਬਣਾਉਣ ਲਈ ਕੋਸ਼ਿਸ਼ ਕਰ ਰਿਹਾ। ਇਤਨਾ ਹੀ ਨਹੀਂ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰੁਤਬਾ ਕਿਸ ਨੂੰ ਨਹੀਂ ਪਤਾ। ਉਹ ਪੰਜਾਬੀ ਹੈ, ਪੰਜਾਬ ਦਾ ਰਹਿਣ ਵਾਲਾ ਹੈ, ਔਰ ਉਹ ਆਪਣੀ ਕਿਤਾਬ ਵਿੱਚ ਲਿਖ ਰਿਹਾ ਹੈ ਕਿ ਨਾਨਕ ਨਾਂ ਦੇ ਇਸ ਹਿੰਦੂ ਫਕੀਰ ਦੇ ਅੱਗੇ ਵੀ ਬਾਬਰ ਨੂੰ ਝੁਕਣਾ ਪਿਆ। ਇਹ ਦੇਖੋ ਤੁਸੀਂ ਕਿੰਨੀਆਂ ਖਤਰਨਾਕ ਸਾਜ਼ਿਸ਼ਾਂ ਰਚੀਆਂ ਗਈਆਂ। ਔਰ ਉਸ ਦੇ ਵਿੱਚ ਜਦੋਂ ਭਾਈ ਲਛਮਣ ਸਿੰਘ ਜੀ ਜਦੋਂ ਤੁਰੇ ਹੈ, ਅਰਦਾਸ ਕਰਕੇ ਤੁਰੇ ਹੈ ਕਿ ਅਸੀਂ ਗੁਰੂ ਦੇ ਉਸ ਹੁਕਮ ਦੇ ਉੱਤੇ ਫੁੱਲ ਚੜਾਣੇ ਹੈ, ਕਿਸੇ ਨੇ ਕੋਈ ਹੱਥ ਨਹੀਂ ਚੁੱਕਣਾ, ਕਿਸੇ ਨੇ ਕੁਝ ਨਹੀਂ ਕਰਨਾ। ਪਰ ਦੂਜੇ ਪਾਸੇ ਮਹੰਤ ਦੀਆਂ ਪੂਰੀਆਂ ਤਿਆਰੀਆਂ ਸੀਗੀਆਂ, ਉਹਨੇ ਬਦਮਾਸ਼ ਵੀ ਸੱਦੇ ਸੀ, ਪਠਾਨ ਵੀ ਸੱਦੇ ਸੀ, ਸਾਰਾ ਕੁਝ ਉਸ ਦਾ ਪ੍ਰਬੰਧ ਸੀ। ਸਿੰਘ ਅੰਦਰ ਗਏ ਹੈ, ਮੈਂ ਉਸ ਸਥਾਨ ਦੇ ਪਿੱਛੇ ਦਰਸ਼ਨ ਕਰਕੇ ਆਇਆ, ਬੜੀ ਛੋਟੀ ਜੀ ਥਾਂ ਹੈ, ਔਰ ਉਹਦੇ ਵਿੱਚ ਜਾ ਕੇ ਜਦੋਂ ਤਾਬਿਆ ਬੈਠ ਗਏ ਹੈ, ਔਰ ਉਸ ਵੇਲੇ ਮਹਾਰਾਜ ਦੇ ਸਰੂਪ ਦੇ ਉੱਤੇ ਗੋਲੀ ਲੱਗੀ ਹੈ। ਉਹ ਸ਼ਹੀਦੀ ਬੀੜ ਅਜੇ ਵੀ ਹੈ। ਤੇ ਜਦੋਂ ਗੁਰੂ ਤੇਗ ਬਹਾਦਰ ਜੀ ਦਾ 300 ਸਾਲਾ ਸ਼ਹੀਦੀ ਨਗਰ ਕੀਰਤਨ ਨਿਕਲਿਆ ਆਨੰਦਪੁਰ ਸਾਹਿਬ ਤੋਂ ਦਿੱਲੀ, ਉਸੇ ਬੀੜ ਨੂੰ ਉਹਦੀ ਅਗਵਾਈ ਵਿੱਚ ਉਹ ਜਲੂਸ ਸੀਗਾ, ਉਹ ਨਗਰ ਕੀਰਤਨ ਸੀਗਾ। ਉਹਦੇ ਵਿੱਚ ਭਾਈ ਲਛਮਣ ਸਿੰਘ ਨੂੰ ਸ਼ਹੀਦ ਕੀਤਾ ਜਾਂਦਾ ਹੈ, ਜੰਡ ਨਾਲ ਬੰਨ ਕੇ ਸਾੜ ਦਿੱਤਾ ਜਾਂਦਾ ਹੈ। ਉਹ ਜੰਡ ਅਜੇ ਵੀ ਖੜੀ ਹੈ ਔਰ ਅਜੇ ਵੀ ਸੜੀ ਹੋਈ ਹੈ। ਇਹ ਬੜੀ ਵੱਡੀ ਗੱਲ ਹੈ। ਉੱਥੇ ਦੇ ਆਫਰੀਨ ਹੈ ਉਹਨਾਂ ਸਿੰਘਾਂ ਦੇ ਜਿਹੜੇ ਉੱਥੇ ਸੇਵਾ ਕਰ ਰਹੇ ਹੈ ਕਿ ਉਹਨਾਂ ਨੇ ਉਸ ਜੰਡ ਨੂੰ ਉਸੇ ਤਰ੍ਹਾਂ ਰੱਖਿਆ, ਉਹਨੂੰ ਨਹੀਂ ਬਰਬਾਦ ਕੀਤਾ। ਉਹਦੇ ਵਿੱਚ ਉਸ ਦਿਨ ਦਰਵਾਜ਼ੇ ਬੰਦ ਕਰ ਲਏ ਗਏ, ਛਵੀਆਂ, ਟਕੂਏ, ਗੰਡਾਸੇ, ਬੰਦੂਕਾਂ, ਕਿਹੜਾ ਹਥਿਆਰ ਸੀ ਜਿਹੜਾ ਉਹਨਾਂ ਬੰਦਿਆਂ ਨੇ ਨਹੀਂ ਇਸਤੇਮਾਲ ਕੀਤਾ। ਇਤਨਾ ਹੀ ਨਹੀਂ, ਉਹਨਾਂ ਨੇ ਜਿਹੜਾ ਉੱਥੇ ਅੰਦਰ ਕਤਲੇਆਮ ਕੀਤਾ, 260 ਸਿੰਘ ਉੱਥੇ ਸ਼ਹੀਦ ਹੋਏ ਹੈ, 260 ਸਿੰਘ ਹੋਏ ਹੈ। ਔਰ ਇਹ ਗਿਣਤੀ ਕਿੱਥੋਂ ਪਤਾ ਲੱਗੀ? ਕੜਿਆਂ ਤੋਂ ਪਤਾ ਲੱਗੀ। ਔਰ ਦੇਖੋ ਜਦੋਂ ਉਸ ਦੇ ਬਾਅਦ ਸ਼ਾਮ ਨੂੰ ਜਦੋਂ ਕਮਿਸ਼ਨਰ ਵੀ ਪਹੁੰਚਦਾ ਹੈ, ਬਾਅਦ ਵਿੱਚ ਜਦੋਂ ਲਾਸ਼ਾਂ ਦੇਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਰੰਧਾਵਾ ਸਾਹਿਬ ਤੁਸੀਂ ਅੰਦਾਜ਼ਾ ਲਗਾਓ ਕਿ ਉਹ ਕਿਤਨਾ ਭਿਆਨਕ ਔਰ ਕਿਤਨਾ ਖਤਰਨਾਕ ਔਰ ਕਿਤਨਾ ਕਰੂਅਲ ਹੋਏਗਾ, ਕਿਤਨਾ ਕਿ ਕਿਸੇ ਸਿਰਫ 4 ਲਾਸ਼ਾਂ ਜਿਹੜੀਆਂ ਸੀ ਪੂਰੇ ਸਰੀਰ ਮਿਲੇ ਹੈ, ਸਿਰਫ 4 ਉਹਨਾਂ ਦੇ ਵਿੱਚੋਂ 260 ਦੇ ਵਿੱਚੋਂ, ਔਰ ਉਹ ਵੀ ਜ਼ਖਮੀ ਸਨ, ਬੁਰੀ ਹਾਲਤ ਵਿੱਚ, ਉਹਨਾਂ ਦੀਆਂ ਜਿਹੜੀਆਂ ਗੋਲੀਆਂ ਦੇ ਔਰ ਉਹ ਨਿਸ਼ਾਨ ਸਨ। ਔਰ ਬਾਕੀ ਸਾਰੀਆਂ ਛੋਟੇ ਛੋਟੇ ਟੁਕੜਿਆਂ ਦੇ ਵਿੱਚ, ਕੋਈ ਸਿਰ ਹੈ, ਕੋਈ ਲੱਤਾਂ ਹੈ, ਕੋਈ ਉਂਗਲਾਂ ਹੈ, ਕੋਈ ਪੋਟੇ ਹੈ, ਕੋਈ ਪੈਰ ਹੈ, ਉਹ ਟੋਕਰੀਆਂ ਦੇ ਵਿੱਚ ਭਰ ਭਰ ਕੇ ਲਿਆਂਦੇ ਗਏ। ਇਹ ਜਿਹੜਾ ਸਾਕਾ ਹੋਇਆ, ਇਤਨਾ ਇਸ ਤਰ੍ਹਾਂ ਦਾ ਦਰਦਨਾਕ ਸਾਕਾ ਸ਼ਾਇਦ ਨਾਦਰ ਨੇ ਵੀ ਨਾ ਕੀਤਾ ਹੋਏ, ਹਲਾਕੂ ਨੇ ਨਾ ਕੀਤਾ ਹੋਏ, ਸ਼ਾਇਦ 84 ਵਿੱਚ ਵੀ ਇਸ ਤਰ੍ਹਾਂ ਦਾ ਨਾ ਹੋਇਆ ਹੋਏ, ਜਿਸ ਤਰ੍ਹਾਂ ਦਾ ਉਸ ਆਪਣੇ ਆਪ ਨੂੰ ਸਿੱਖ ਖਵਾਉਣ ਵਾਲੇ, ਉਸ ਗੁਰਧਾਮ ਦੀ ਸੇਵਾ ਦਾ ਦਾਅਵਾ ਕਰਨ ਵਾਲੇ ਉਸ ਮਹੰਤ ਨਰੈਣੂ ਨੇ ਜੋ ਉੱਥੇ ਕਾਰਾ ਕੀਤਾ। ਇਹ ਇਸ ਤੋਂ ਮੇਰਾ ਖਿਆਲ ਹੈ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਕਤਲੇਆਮ ਕਿਧਰੇ ਕਿਸੇ ਹੋਰ ਹਵਾਲਾ ਨਹੀਂ ਮਿਲਦਾ ਹੈਗਾ। ਸਰਦਾਰ ਸਾਹਿਬ, ਪ੍ਰੋਫੈਸਰ ਰੁਚੀ ਰਾਮ ਸਾਹਨੀ ਦਾ ਜਿਹੜਾ ਹਵਾਲਾ ਹੈ, ਉਹਦੇ ਅਨੁਸਾਰ ਜਦੋਂ ਮੈਂ ਦੇਖ ਰਿਹਾ ਸੀ ਕਿ ਭਾਈ ਲਛਮਣ ਸਿੰਘ ਐਤਵਾਰ ਵਾਲੇ ਦਿਨ 20 ਫਰਵਰੀ 1921 ਨੂੰ ਸਵੇਰੇ 5:45 ਤੇ ਦਰਸ਼ਨੀ ਡਿਉੜੀ ਰਾਹੀਂ ਜਨਮ ਸਥਾਨ ਮੰਜੀ ਸਾਹਿਬ ਚ ਦਾਖਲ ਹੁੰਦੇ ਆ। ਤੇ ਜਿਹੜਾ ਮਹੰਤਾ ਉਹ ਆਪਣੇ ਬੰਦਿਆਂ ਨੂੰ ਕਹਿੰਦਾ ਵੀ ਹੁਣ ਤਿਆਰ ਹੋ ਜਾਓ, ਤੇ ਜਿਹੜੇ ਟਕੂਏ ਤੇ ਜਿਹੜੀਆਂ ਬੰਦੂਕਾਂ ਸੀ ਉਹ ਗੋਲੀਆਂ ਦੀ ਵਰਖਾ ਹੁੰਦੀ ਹੈ। ਫਿਰ ਉਹਦੇ ਚ ਇਹ ਵੀ ਜ਼ਿਕਰ ਹੁੰਦਾ ਹੈ ਕਿ ਇਹ ਤਾਬਿਆਂ ਚ ਬੈਠੇ ਸੀ ਸ਼ਹੀਦ ਭਾਈ ਲਛਮਣ ਸਿੰਘ, ਔਰ ਜਦੋਂ ਇਹਨਾਂ ਨੂੰ ਕਈ ਗੋਲੀਆਂ ਲੱਗਦੀਆਂ ਤੇ ਫਿਰ ਇਹਨਾਂ ਨੂੰ ਵਾਲਾਂ ਤੋਂ ਧਰੂ ਕੇ ਮਹੰਤ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ, ਜਿੱਥੇ ਇਹਨਾਂ ਦਾ ਸਿਰ ਕਲਮ ਕਰਤਾ ਜਾਂਦਾ ਹੈ ਤੇ ਜੰਡ ਨਾਲ ਬੰਨਤਾ ਜਾਂਦਾ ਹੈ। ਇਹ ਕਰੂਰਤਾ, ਇਹ ਜੋ ਅਸੀਂ ਜੋ ਤਸੱਵਰ ਕਰ ਸਕਦੇ ਹਾਂ, ਅੱਜ ਕਲਪਨਾ ਦੇ ਵਿੱਚ ਲਿਆ ਕੇ ਸੋਚ ਸਕਦੇ ਹਾਂ ਕਿ ਕਿੰਨਾ ਭਿਆਨਕ ਦ੍ਰਿਸ਼ ਰਿਹਾ ਹੋਵੇਗਾ। ਲੇਕਿਨ ਕੀ ਉਦੋਂ ਸਿੰਘ ਇੰਨੀ ਘੱਟ ਗਿਣਤੀ ਚ ਸੀ ਕਿ ਇਹ ਵਾਪਰ ਗਿਆ? ਸਰਕਾਰੀ ਸਰਪ੍ਰਸਤੀ ਕਿੰਨੀ ਕੁ ਤੀਬਰ ਸੀ ਮਹੰਤ ਦੇ ਨਾਲ, ਜਾਂ ਆਪਣਿਆਂ ਦੀ ਗਦਾਰੀ ਕਿੰਨੀ ਕੁ ਜਿਹੜੀ ਆ ਉਹ ਸਾਡੇ ਇਤਿਹਾਸ ਨੂੰ ਕਲੰਕਿਤ ਕਰਦੀ ਨਜ਼ਰ ਆਉਂਦੀ ਆ? ਜਦੋਂ ਕਿਤਾਬਾਂ ਦਾ ਢੇਰ ਸਾਰਾ ਪੰਡ ਤੁਸੀਂ ਪੜ੍ਹਦੇ ਹੋ ਤੇ ਉਹਦੇ ਵਿੱਚੋਂ ਕੀ ਲੱਭ ਕੇ ਲਿਆਉਂਦੇ ਹੋ? ਦੇਖੋ, ਇਸ ਤਰ੍ਹਾਂ ਹੈਗਾ, ਇੱਕ ਚੀਜ਼ ਤਾਂ ਰੰਧਾਵਾ ਸਾਹਿਬ ਸਾਨੂੰ ਮੰਨਣੀ ਪਏਗੀ ਕਿ ਅਸੀਂ ਹੌਲੇ ਹੌਲੇ ਜਿਹੜਾ ਅਸੀਂ ਆਪਣੇ ਆਪ ਨੂੰ ਢਾਲ ਲਿਆ ਹੈਗਾ ਕਿ ਗੁਰੂ ਸਾਹਿਬ ਵੇਲੇ ਵੀ ਸਾਰੇ ਗੁਰੂ ਸਾਹਿਬ ਗੁਰੂ ਕਾਲ ਦੇ ਵਿੱਚ ਵੀ ਮਸਲੇ ਖੜੇ ਹੁੰਦੇ ਰਹੇ, ਪਰ ਉਹਦੇ 'ਚ ਇੱਕ ਫਰਕ ਸੀਗਾ। ਉਹਦੇ ਵਿੱਚ ਇੱਕ ਸਿੱਖ ਜਿਹੜਾ ਹੈ ਉਹ ਨਿਰਣਾ ਕਰਦਾ ਸੀ ਔਰ ਉਹਦੇ ਬਾਅਦ ਕਾਰਵਾਈ ਕਰਦਾ ਸੀ, ਉਹ ਕਿਸੇ ਕੋਲੋਂ ਪੁੱਛਣ ਨਹੀਂ ਸੀ ਜਾਂਦਾ।
ਉਹਦੇ ਮਨ ਦੇ ਅੰਦਰ ਇੱਕ ਸਵਾਲ ਹੁੰਦਾ ਸੀ ਕਿ ਜੇ ਗੁਰੂ ਸਾਹਿਬ ਖੁਦ ਹੁੰਦੇ ਤੇ ਉਹ ਕੀ ਜਵਾਬ ਦਿੰਦੇ, ਉਹ ਕੀ ਕਰਦੇ। ਉਹਦੇ ਬਾਅਦ ਉਹ ਕਾਰਵਾਈ ਕਰ ਲੈਂਦਾ ਸੀਗਾ। ਮਗਰ ਸਾਡੇ ਅੰਦਰ ਇਹ ਜਿਹੜੀ ਬਿਰਤੀ ਚੱਲੀ ਆ ਰਹੀ ਸੀ ਭਾਣਾ ਮੰਨਣ ਦੀ, ਕਿ ਅਗਰ ਕਿਧਰੇ ਝਗੜਾ ਹੋ ਰਿਹਾ, ਅੱਜ ਦੀ ਅਗਰ ਅਵਸਥਾ ਦੇ ਵਿੱਚ ਲੈ ਲਓ, ਤੁਹਾਨੂੰ ਲੱਗੇਗਾ ਕਿ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਤੁਹਾਨੂੰ ਨਜ਼ਰ ਆ ਜਾਏ ਇੱਥੇ ਬਹੁਤ ਮਾੜਾ ਕੰਮ ਹੋ ਰਿਹਾ, ਇੱਥੇ ਮਰਿਆਦਾ ਦੀ ਉਲੰਘਣਾ ਹੋ ਰਹੀ ਹੈ, ਇੱਥੇ ਹੋਰ ਵੀ ਨਾਜਾਇਜ਼ ਕੰਮ ਹੋ ਰਹੇ ਹੈ, ਔਰ ਉੱਥੇ ਲੜਾਈ ਝਗੜਾ ਹੁੰਦਾ ਹੋਏ ਪ੍ਰਬੰਧਕਾਂ 'ਚ, ਆਮ ਸਿੱਖ ਇਹ ਕਹਿੰਦਾ ਮੇਰੀ ਨੀਂਦ ਖਰਾਬ ਨਾ ਕਰੋ, ਤੁਸੀਂ ਸਮਝੌਤਾ ਕਰ ਲਓ। ਉਹ ਨਿਰਣਾ ਨਹੀਂ ਕਰਦਾ। ਇਹ ਜਿਹੜੀ ਚੀਜ਼ ਚੱਲੀ ਆ ਰਹੀ ਸੀ ਇੱਕ ਲਿਮਿਟ ਕ੍ਰਾਸ ਕਰਦੀ ਜਾ ਰਹੀ ਸੀ, ਔਰ ਲਿਮਿਟ ਇਸ ਤਰ੍ਹਾਂ ਕ੍ਰਾਸ ਕਰਦੀ ਜਾ ਰਹੀ ਸੀ ਕਿ ਜਿਵੇਂ ਦੱਸਿਆ ਉਸ ਸਥਾਨ ਦੀ ਤੁਸੀਂ ਇੱਕ ਦੇਖੋ ਕਿ ਜਿਹੜੀ ਕਹਿੰਦੇ ਨੇ ਜੀ ਮਾਇਆ ਜਦੋਂ ਲੋੜ ਤੋਂ ਵੱਧ ਹੋ ਜਾਏ, ਉਹ ਫਿਰ ਉਹ ਅਸਲ ਵਿੱਚ ਮਹੰਤ ਜਿੰਨਾ ਕੁ ਉਹ ਜਿਵੇਂ ਕੋਈ ਜਾਨਵਰ ਜਿੰਨਾ ਖਾ ਸਕਦਾ ਉਸ ਤੋਂ ਕਈ ਗੁਣਾ ਵੱਧ ਲੈ ਲਵੇ, ਫਿਰ ਉਹ ਗਲੇ 'ਚ ਸੰਗ ਚਟਕ ਜਾਂਦਾ। ਉਸ ਗੁਰਦੁਆਰਾ ਸਾਹਿਬ ਨੂੰ ਇਤਨੀ ਮਾਨਤਾ ਸੀ ਕਿ ਰਾਏ ਬੁਲਾਰ ਸਾਹਿਬ ਨੇ ਆਪਣਾ 36,000 ਏਕੜ ਯਾਨੀ ਜਿਹਨੂੰ 36,000 ਘੁਮਾ ਜਿਹੜਾ ਹੈਗਾ ਉਹ ਜਗ੍ਹਾ ਦਿੱਤੀ। 18,000 ਏਕੜ ਉਹਦੀ ਜਗ੍ਹਾ ਜਿਹੜੀ ਸੀਗੀ ਗੁਰਦੁਆਰਾ ਸਾਹਿਬ ਦੀ ਸੀ, ਜਿਹੜੀ ਕਿ ਦਾਨ ਵਿੱਚ ਮਿਲੀ, ਔਰ ਉਹਦੇ ਬਾਅਦ ਮਾਫੀ ਦੀ ਜਿਹੜੀ ਜਗ੍ਹਾ ਸੀ ਉਹ ਵੀ ਹਜ਼ਾਰਾਂ ਏਕੜ ਸੀ। ਉਹਦੀ ਇਤਨੀ ਆਮਦਨ ਸੀ ਜਿਹਦਾ ਕੋਈ ਅੰਦਾਜ਼ਾ ਨਹੀਂ ਸੀ ਲਗਾ ਸਕਦਾ, ਔਰ ਉਸ ਦੇ ਨਾਲ ਉਹ ਇਤਨਾ ਜ਼ਿਆਦਾ ਕਰਪਟ ਹੋ ਗਿਆ। ਪੰਜੇ ਐਬ ਸ਼ਰਈ ਜਿਹਨੂੰ ਕਹਿੰਦੇ ਆ ਕਿ ਇੱਕ ਸੈਸ਼ਨ ਜੱਜ ਰੈਂਕ ਦਾ ਇੱਕ ਸਿੰਧੀ ਪਰਿਵਾਰ, ਕਾਫੀ ਵੱਡੇ, ਪੂਰੀ ਗਿਣਤੀ ਵਿੱਚ 32-33 ਬੰਦੇ ਆਏ, ਉਹਨਾਂ ਦੀ 10 ਸਾਲ ਦੀ ਬੱਚੀ ਦੇ ਨਾਲ ਇਸ ਮਹੰਤ ਨੇ ਅੰਦਰ ਜ਼ਬਰ ਜਨਾਹ ਕੀਤਾ, ਔਰ ਉਹ ਰੋਂਦਾ ਪਿੱਟਦਾ ਚਲਾ ਗਿਆ। ਇਸ ਦੇ ਇਲਾਵਾ ਹੋਰ ਵੀ ਕਈ ਸ਼ਿਕਾਇਤਾਂ ਆਈਆਂ। ਇਸ ਦੇ ਬਾਅਦ ਅਕਾਲ ਤਖਤ ਸਾਹਿਬ ਦੇ ਉੱਤੇ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਜਾ ਕੇ ਇਹ ਕਿਹਾ ਕਿ ਇਸ ਤੋਂ ਹੋਰ ਤੁਸੀਂ ਕਿੰਨਾ ਕੁ ਇੰਤਜ਼ਾਰ ਕਰਨਾ ਹੈ, ਕਿਉਂਕਿ ਇਹਦੇ ਬਾਅਦ ਕੀ ਕਰਨਾ ਹੈ। ਦੇਖੋ ਜੋ ਉਸ ਵੇਲੇ ਪੰਥ ਨੇ ਕੀਤਾ, ਜੋ ਉਸ ਵੇਲੇ ਅਕਾਲ ਤਖਤ ਸਾਹਿਬ ਦੇ ਉੱਤੇ ਸਾਰੇ ਜੁੜੇ, ਉਹਨਾਂ ਨੇ ਕਿਹਾ ਕਿ ਅਸੀਂ ਉੱਥੇ ਇੱਕ ਕਾਨਫਰੰਸ ਰੱਖਦੇ ਹਾਂ, ਔਰ ਉਹਨਾਂ ਨੇ ਅਨਾਉਂਸ ਕਰ ਦਿੱਤਾ ਕਿ ਅਸੀਂ ਉੱਥੇ ਕਾਨਫਰੰਸ ਰੱਖਾਂਗੇ ਔਰ ਉਹਦੇ ਵਿੱਚ ਪੰਥ ਜਿਹੜਾ ਨਿਰਣਾ ਕਰੇਗਾ। ਇਹਦੇ ਤੇ ਨਾਲ ਉਹਨਾਂ ਨੇ ਕਰ ਦਿੱਤਾ ਕਿ ਸਰਕਾਰ ਨਾਲ ਨਾ ਮਿਲਵਰਤਨ ਕੀਤੀ ਜਾਏ। ਇਹ ਫੈਸਲਾ ਕੀਤਾ। ਇਹ ਬੜਾ ਵੱਡਾ ਕਦਮ ਹੁੰਦਾ ਹੈ ਕਿ ਅਸੀਂ ਸਰਕਾਰ ਨਾਲ ਕੋਆਪਰੇਟ ਨਹੀਂ ਕਰਾਂਗੇ, ਅਸੀਂ ਨਾ ਮਿਲਵਰਤਨ ਕਰਾਂਗੇ। ਇੱਕ ਬੜੀ ਵੱਡੀ ਅੰਗਰੇਜ਼ ਸਰਕਾਰ ਲਈ ਇੱਕ ਬੜਾ ਵੱਡਾ ਚੈਲੰਜ ਸੀਗਾ। ਸਰਦਾਰ ਬਹਾਦਰ ਮਹਿਤਾਬ ਸਿੰਘ ਜਿਹੜੇ ਸਰਦਾਰ ਬਹਾਦਰ ਪਾਰਟੀ ਦੇ ਸਨ, ਔਰ ਉਹ ਯਾਨੀ ਕਿ ਜਿਹੜੇ ਉਸ ਵੇਲੇ ਅਮੀਰ ਸਰਦਾਰ ਸਨ, ਉਹਨਾਂ ਨੇ ਇਸ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ। ਹਾਲਾਂਕਿ ਵਕੀਲ ਸਨ, ਪਰ ਉਹਨਾਂ ਨੇ ਕਿਹਾ ਮੈਂ ਇਹਦੇ ਨਾਲ ਨਹੀਂ ਸਹਿਮਤ। ਦੂਜੇ ਪਾਸੇ ਮਹੰਤ ਨੇ ਕੀ ਕੀਤਾ, ਇੱਕ ਸਨਾਤਨ ਸਿੱਖ ਸਭਾ ਦਾ ਆਰਗੇਨਾਈਜ਼ ਕਰ ਲਿਆ, ਔਰ ਉਹ ਜਿਹੜੀ ਸੀਗੀ ਲਾਹੌਰ ਦੇ ਵਿੱਚ ਹੋਈ, ਉਹਦੀ ਜਿਹੜੀ ਸੀਗੀ ਉਹਦੇ ਵਿੱਚ ਬਾਬਾ ਕਰਤਾਰ ਸਿੰਘ ਬੇਦੀ ਵੀ ਸ਼ਾਮਲ ਹੋਏ, ਉਹਦੇ ਵਿੱਚ ਮੰਗਲ ਸਿੰਘ ਨਾਮਧਾਰੀ ਵੀ ਸ਼ਾਮਲ ਹੋਇਆ, ਉਹਦੇ ਚ ਹੋਰ ਕਈ ਮੁਸਲਮਾਨ ਤੇ ਉਹ ਸਾਰੇ ਆਏ। ਕਾਫੀ ਵੱਡੀ ਗਿਣਤੀ ਚ ਹਿੰਦੂਆਂ ਨੇ ਵੀ ਉਹਦਾ ਸਾਥ ਦਿੱਤਾ। ਯਾਨੀ ਚਾਰੇ ਪਾਸਿਓਂ ਉਸਨੇ ਆਪਣੇ ਪੈਸੇ ਦੇ ਰੁਤਬੇ ਦੇ ਨਾਲ ਇਹ ਕਰ ਲਿਆ। ਮਗਰ ਉਸਨੇ ਆਪਣੀ ਕਾਨਫਰੰਸ ਬਾਅਦ ਵਿੱਚ ਕਰਨੀ ਸੀ, ਔਰ ਜਦੋਂ ਉਹਨੂੰ ਪਤਾ ਲੱਗਾ ਸ਼ਾਇਦ ਸਿੱਖ ਹੁਣ ਕੁਝ ਨਹੀਂ ਕਰਨ ਵਾਲੇ, ਉਹ ਚਲਾ ਗਿਆ। ਉਹਨੇ ਸ਼ਾਇਦ ਲਾਹੌਰ ਜਾਣਾ ਸੀ, ਪਿੱਛੋਂ ਉਸਨੂੰ ਖਬਰ ਆਈ ਕਿ ਸਿੰਘ ਆ ਰਹੇ ਆ। ਇਧਰੋਂ ਲਛਮਣ ਸਿੰਘ ਜੀ ਔਰ ਜਿਹੜਾ ਕਰਤਾਰ ਸਿੰਘ ਝੱਬਰ ਦਾ, ਇਹਨਾਂ ਦੇ ਜਥੇ ਨੇ ਜਾਣਾ ਸੀਗਾ, ਪਰ ਉਹ ਦੋਨੋਂ ਆਪਣੇ ਸਿੰਘ ਇਕੱਠੇ ਕਰਦੇ ਰਹੇ। ਲਛਮਣ ਸਿੰਘ ਜੀ ਪਹਿਲਾਂ ਪਹੁੰਚ ਗਏ। ਜਦੋਂ ਅੰਦਰ ਗਏ ਹੈ, ਜਦੋਂ ਇਹ ਸਾਕਾ ਵਾਪਰਦਾ ਹੈ, ਉਸ ਵੇਲੇ ਕਰਤਾਰ ਸਿੰਘ ਝੱਬਰ, ਉਹਨਾਂ ਨੂੰ ਜਦੋਂ ਖਬਰ ਮਿਲਦੀ ਹੈ ਕਿ ਇਹ ਕੰਮ ਹੋ ਗਿਆ, ਉਸ ਤੋਂ ਪਹਿਲੇ ਸਰਦਾਰ ਦਲੀਪ ਸਿੰਘ ਜਿਹੜੇ ਉੱਥੇ ਸਨ ਨਨਕਾਣਾ ਸਾਹਿਬ, ਉਹਨਾਂ ਨੂੰ ਪਤਾ ਲੱਗਾ ਕਿ ਗੋਲੀ ਚੱਲ ਗਈ ਹੈ, ਉਹ ਉਸੇ ਤਰ੍ਹਾਂ ਦੌੜੇ ਔਰ ਉੱਥੇ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ, ਭਾਈ ਦਲੀਪ ਸਿੰਘ ਜੀ ਨੂੰ ਵੀ। ਔਰ ਇਸ ਦੇ ਬਾਅਦ ਕਰਤਾਰ ਸਿੰਘ ਝੱਬਰ ਜਿਹੜੇ ਜਾਂਦੇ ਹੈ, ਇਹਨਾਂ ਦੇ ਕੋਲ 2200 ਸਿੰਘ ਸਨ। ਇਹਨਾਂ ਨੇ ਸਿੰਘ ਇਕੱਠੇ ਕੀਤੇ ਸੀ, ਔਰ ਸਿੰਘ ਇਤਨੇ ਜ਼ਿਆਦਾ ਇਕੱਠੇ ਹੋ ਗਏ ਕਿ ਉਹਨਾਂ ਨੇ ਬਾਕੀਆਂ ਨੂੰ ਕਿਹਾ ਹੁਣ ਤੁਸੀਂ ਵਾਪਸ ਜਾਓ, ਹੋਰ ਅਸੀਂ ਨਹੀਂ ਲੈ ਕੇ ਜਾਣੇ। ਮਗਰ ਜਿਹੜੇ ਆਣਗੇ 2200 ਸਿੰਘ ਸੀਗੇ, ਉਹ ਸਾਰੇ ਦੇ ਸਾਰੇ ਹਥਿਆਰਬੰਦ ਹੋਣਗੇ। ਜਿਹੜਾ ਸਾਕਾ ਹੋਇਆ, ਦੇਖੋ ਇੱਕ ਵੱਡੀ ਗੱਲ ਹੈ, ਚੁਕਾਰ ਅਜ਼ਮਾ ਹੀਲ ਤੇ ਦਰਗੁਜ਼ਸ਼ਤ ਹਲਾਲ ਅਸਤ ਬੁਰਦਨ ਬਸ਼ਮਸ਼ੀਰੇ ਦਸ। ਤੁਸੀਂ ਅੰਦਾਜ਼ਾ ਲਗਾ ਲਓ ਕਿ ਜੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੁੰਦੀ ਹੈ, ਉਹਦੇ ਨਾਲ ਜਹਾਂਗੀਰ ਨੂੰ ਕੋਈ ਫਰਕ ਨਹੀਂ ਪਿਆ।
ਜ਼ਾਲਮ ਨੂੰ ਕੋਈ ਫਰਕ ਨਹੀਂ ਪੈਂਦਾ, ਜਿੰਨਾ ਮਰਜ਼ੀ ਜ਼ੁਲਮ ਕਰ ਲਵੇ ਉਹ ਸਮਝਦਾ ਹੈ ਮੈਂ ਜਿੱਤ ਗਿਆ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਜਹਾਂਗੀਰ ਦਾ ਹਿਰਦੇ ਪਰਿਵਰਤਨ ਨਹੀਂ ਕੀਤਾ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਔਰੰਗਜ਼ੇਬ ਨੇ ਆਪਣੇ ਪ੍ਰੋਗਰਾਮ ਵਿੱਚ ਕੋਈ ਤਬਦੀਲੀ ਨਹੀਂ ਕੀਤੀ। ਤਬਦੀਲੀ ਹੋਈ ਹੈ ਜਦੋਂ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖੰਡਾ ਚੁੱਕਿਆ ਹੈਗਾ, ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਹੈ, ਉਸ ਵੇਲੇ ਫਿਰ ਤਬਦੀਲੀ ਆਂਦੀ ਹੈ। ਇਸੇ ਲਈ ਹੁਣ ਜਦੋਂ ਪਹਿਲਾਂ ਸੀਗਾ ਕਿ ਅਸੀਂ ਸ਼ਾਂਤਮਈ ਰਹਿਣਾ, ਬਿਲਕੁਲ ਰਹਿਣਾ, ਇਹ ਉਹਨਾਂ ਸਿੰਘਾਂ ਨੇ, ਭਾਈ ਲਛਮਣ ਸਿੰਘ, ਦਲੀਪ ਸਿੰਘ, ਇਹਨਾਂ ਸਾਰਿਆਂ ਨੇ ਉਹ ਕਰਕੇ ਵਿਖਾ ਦਿੱਤਾ ਕਿ ਅਸੀਂ ਕਿਵੇਂ ਸ਼ਾਂਤਮਈ ਰਹਿਣਾ। ਸ਼ਾਂਤਮਈ ਦੀ ਇੰਤਹਾ ਹੈ। ਮਗਰ ਦੂਜੇ ਪਾਸੇ ਹੁਣ ਭਾਈ ਕਰਤਾਰ ਸਿੰਘ ਝੱਬਰ ਨੇ ਇਹ ਕਿਹਾ ਹੁਣ ਉਸ ਤਰੀਕੇ ਦੇ ਨਾਲ ਨਹੀਂ ਹੋਏਗਾ। ਉਹ ਫਿਰ ਇੱਕ ਅਗਲਾ ਮਰਹਲਾ ਹੈ ਕਿ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਉੱਥੇ ਦਾ ਕਬਜ਼ਾ ਲਿਆ, ਕਿਉਂਕਿ ਉਹ ਇਤਨਾ ਜੀ ਮੈਂ ਸਵਾਲ ਇੱਥੇ ਕਰਦਿਆਂ ਕਿਉਂਕਿ ਕਬਜ਼ਾ ਕਿਵੇਂ ਲਿਆ ਉੱਥੇ ਜਾਣ ਤੋਂ ਪਹਿਲਾਂ ਇਹ ਕਬਜ਼ਾ ਮਹੰਤ ਨੇ ਕਿੱਦਾਂ ਕਰ ਲਿਆ, ਇਹ ਵੀ ਵੱਡਾ ਸਵਾਲ ਆ ਕਿ ਆਖਿਰ ਮਹੰਤ ਗੁਰੂ ਘਰ ਤੇ ਕਾਬਜ ਕਿਵੇਂ ਹੋ ਗਿਆ। ਜੀ ਇਸ ਤਰ੍ਹਾਂ ਹੈਗਾ ਕਿ ਇਹ ਜਿਹੜੀ ਇਹਦਾ ਥੋੜਾ ਜਿਹਾ ਇਤਿਹਾਸ ਜਿਹੜਾ ਪਿਛੋਕੜ ਦੇਖਿਆ ਜਾਏਗਾ ਕਿ ਇਹ ਸਥਾਨ ਜਿਹੜਾ ਸੀਗਾ ਇਹ 1554 ਵਿੱਚ ਧਰਮਚੰਦ ਬੇਦੀ ਨੇ ਇਸ ਦੀ ਸੇਵਾ ਕੀਤੀ ਔਰ ਸੇਵਾ ਇਹਦੀ ਅਕਾਲੀ ਸਿੰਘ ਕਰਦੇ ਰਹੇ। ਬਾਅਦ ਵਿੱਚ ਚੌਕੇ ਸਿੰਘ ਜੰਗਲਾਂ ਵਿੱਚ ਸੀ ਔਰ ਸਾਰੇ ਹਾਲਾਤ ਇਦਾਂ ਦੇ ਸੀ, ਉਹ ਉਦਾਸੀ ਸਾਧੂ ਜਿਹੜੇ ਗੁਰਮਤ ਨਾਲ ਜੁੜੇ ਸੀ, ਜਿਹੜੇ ਸੇਵਾ ਕਰਦੇ ਸੀ, ਵਿਦਵਾਨ ਸਨ, ਉਹ ਉਦਾਸੀ ਦੀ ਸੇਵਾ ਕਰਦੇ ਰਹੇ। ਔਰ ਬਾਅਦ ਵਿੱਚ ਇਹ ਉਦਾਸੀ ਜਿਹੜਾ ਸੀ ਇਹ ਖੁਦ ਉਦਾਸੀ ਨਹੀਂ ਸੀਗਾ, ਪਰ ਇਹਨੇ ਆਪਣੇ ਆਪ ਨੂੰ ਉਦਾਸੀਆਂ ਦੇ ਨਾਲ ਜੋੜ ਕੇ ਔਰ ਕਰਕੇ ਤੇ ਇਸ ਜਦੋਂ ਇਹਨੂੰ ਮਿਲ ਗਈ, ਕਬਜ਼ਾ ਮਿਲ ਗਿਆ, ਸ਼ੁਰੂ 'ਚ ਤਾਂ ਇਹ ਸੇਵਾ ਕਰਦਾ ਰਿਹਾ, ਪਰ ਬਾਅਦ ਵਿੱਚ ਇਸਨੇ ਇਸ ਨੂੰ ਆਪਣੀ ਜ਼ਮੀਨੀ ਆਪਣੀ ਜਾਇਦਾਦ ਡਿਕਲੇਅਰ ਕਰ ਦਿੱਤਾ। ਔਰ ਅੰਗਰੇਜ਼ ਜਿਹੜੇ ਸੀਗੇ ਉਹਨਾਂ ਨੂੰ ਇੱਕ ਗੱਲ ਸਮਝ ਨਹੀਂ ਸੀ ਆ ਰਹੀ, ਉਹ ਕੇਵਲ ਇਸ ਨੂੰ ਇੱਕ ਲਾਅ ਐਂਡ ਆਰਡਰ ਦਾ ਇੱਕ ਕਾਨੂੰਨੀ ਮਸਲਾ ਸਮਝ ਰਹੇ ਸੀਗੇ। ਉਹਨਾਂ ਦਾ ਇਹ ਕਹਿਣਾ ਸੀਗਾ ਕਿ ਜੇ ਅਗਰ ਇਹ ਗਲਤ ਹੈ ਤੁਸੀਂ ਅਦਾਲਤ ਵਿੱਚ ਜਾਓ, ਤੁਸੀਂ ਕੋਰਟ ਵਿੱਚ ਜਾਓ, ਤੁਸੀਂ ਇਹਦੇ ਤੇ ਖੁਦ ਆਪਣੇ ਆਪ ਨੂੰ ਕਾਨੂੰਨ ਹੱਥਾਂ 'ਚ ਕਿਉਂ ਲੈਂਦੇ ਹੋ। ਕੋਰਟ ਦੇ ਵਿੱਚ ਸਿੰਘ ਗਏ ਹੈ, ਜਦੋਂ ਸਿਆਲਕੋਟ ਦਾ ਜਿਹੜਾ ਮਹੰਤ ਗੰਡਾ ਸਿੰਘ ਸੀਗਾ ਉਹਦੇ ਤੇ ਸਾਬਤ ਹੋ ਗਿਆ ਕਿ ਇਹ ਸ਼ਰਾਬੀ ਕਬਾਬੀ ਹੈ ਤੇ ਜੱਜ ਨੇ ਆਰਡਰ ਦਿੱਤਾ ਕਿ ਭਾਈ ਤੂੰ ਸ਼ਰਾਬ ਬਹੁਤ ਜ਼ਿਆਦਾ ਪੀਂਦਾ, ਤੇਰੇ ਚਿਹਰੇ ਤੇ ਚਿੰਨ੍ਹ ਆਣੇ ਸ਼ੁਰੂ ਹੋ ਗਏ, ਤੂੰ ਘੱਟ ਪੀਆ ਕਰ। ਇਹ ਫੈਸਲਾ ਹੋਇਆ। ਸੋ ਇਹ ਜਿਹੜੇ ਹਾਲਾਤ ਇਸ ਤਰੀਕੇ ਨਾਲ ਬਣ ਗਏ ਔਰ ਉਹਦੇ ਬਾਅਦ ਮਹੰਤ ਨੇ ਜਿਸ ਤਰੀਕੇ ਨਾਲ ਕਰਪਸ਼ਨ ਸ਼ੁਰੂ ਕਰ ਦਿੱਤੀ, ਗੁੰਡੇ ਬਦਮਾਸ਼ ਔਰ ਉਹਨੇ ਬੁਲਾ ਕੇ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ, ਲੁੱਟਾਂ ਖੋਹਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਉਹ ਜਿਹੜਾ ਸਬਰ ਦਾ ਪਿਆਲਾ ਸੀਗਾ ਉਹ ਜਿਹੜਾ ਭਰ ਗਿਆ। ਉਹਦੇ ਬਾਅਦ ਸਿੰਘਾਂ ਨੇ ਹੋਇਆ ਕਿ ਹੁਣ ਕਬਜ਼ਾ ਲੈਣਾ ਹੈ, ਪਰ ਕਿਸ ਤਰੀਕੇ ਨਾਲ ਲੈਣਾ ਹੈ, ਇਹਦੇ ਵਿੱਚ ਫਿਰ ਤਿੰਨ ਧਿਰਾਂ ਸੀਗੀਆਂ। ਇੱਕ ਜਿਹੜੇ ਪਹਿਲੀ ਧਿਰ ਸੀਗੀ ਕਿ ਅਸੀਂ ਪੂਰੇ ਪੰਥ ਨੂੰ ਨਾਲ ਲੈ ਕੇ ਉੱਥੇ ਸੰਗਤ ਇਕੱਠੀ ਕਰਕੇ ਫਿਰ ਕਰਾਂਗੇ। ਦੂਜੇ ਜਿਹੜੇ ਸੀ ਸਰਦਾਰ ਬਹਾਦਰ ਪਾਰਟੀ ਜਿਹੜੀ ਸੀ ਉਹ ਕਹਿੰਦੇ ਸੀ ਅਸੀਂ ਸਰਕਾਰ ਨੂੰ ਮੈਮੋਰੰਡਮ ਦੇਾਂਗੇ, ਚਿੱਠੀਆਂ ਲਿਖਾਂਗੇ, ਫਿਜ਼ੀਕਲੀ ਅਸੀਂ ਕੁਝ ਨਹੀਂ ਕਰਨਾ। ਤੀਜੀ ਧਿਰ ਜਿਹੜੀ ਸੀਗੀ ਉਹ ਸੀਗੀ ਭਾਈ ਝੱਬਰ ਦੀ, ਜਿਨ੍ਹਾਂ ਨੇ ਫਿਰ ਜਾ ਕੇ ਉਸੇ ਤਰੀਕੇ ਨਾਲ ਲਿਆ, ਉਹ ਜਿਹਨੂੰ ਡੁਰਲੀ ਜਥਾ ਕਿਹਾ ਜਾਂਦਾ ਹੈ, ਉਹ ਡੁਰਲੀ ਜਥਾ ਦਾ ਤਰੀਕਾ ਵਰਤ ਕੇ ਫਿਰ ਉਹਨਾਂ ਨੂੰ ਇਹ ਕਬਜ਼ਾ ਜਿਹੜਾ ਸੀ ਮਿਲਿਆ। ਮੈਨੂੰ ਇਹ ਤਿੰਨੇ ਜਿਹੜੀਆਂ ਤੁਸੀਂ ਧਿਰਾਂ ਦੱਸੀਆਂ ਇਹਨਾਂ ਦੇ ਤਰਜਮਾਨ ਕੌਣ ਸੀ? ਝੱਬਰ ਸਾਹਿਬ ਤੋਂ ਜਿਹੜੀਆਂ ਬਿਨਾਂ ਦੂਜੀਆਂ ਧਿਰਾਂ ਸੀ, ਕਿਉਂਕਿ ਇਤਿਹਾਸਕ ਹਵਾਲੇ ਨੇ, ਇਹ ਲੋਕਾਂ ਦੇ ਚਿਹਰੇ ਵੀ ਸਾਹਮਣੇ ਆਉਣੇ ਚਾਹੀਦੇ ਆ ਕਿ ਤਿੰਨ ਧਿਰਾਂ ਦੇ ਅਸਲ ਲੀਡਰ ਕੌਣ ਸੀਗੇ। ਇੱਕ ਦਾ ਤੇ ਝੱਬਰ ਸਾਹਿਬ ਹੋ ਗਏ। ਨਹੀਂ, ਇੱਕ ਤੇ ਝੱਬਰ ਸਾਹਿਬ ਸੀਗੇ, ਦੂਜੇ ਜਿਹੜੇ ਕਿ ਪੂਰੀ ਕੁਰਬਾਨੀ ਦੇ ਕੇ ਆਏ ਉਹ ਭਾਈ ਲਛਮਣ ਸਿੰਘ, ਦਲੀਪ ਸਿੰਘ ਸੀਗਾ। ਤੀਜੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਉਸ ਵੇਲੇ ਆਗੂ ਸਨ ਉਹ ਸਾਰੇ ਬਿਲਕੁਲ ਇਹਦੇ ਨਾਲ ਸੀਗੇ ਔਰ ਉਹਦੇ ਨਾਲ ਸਹਿਮਤ ਸਨ ਔਰ ਉਹਦੇ ਲਈ ਕਾਰਵਾਈ ਵੀ ਕਰ ਰਹੇ ਸਨ। ਇਸ ਕਰਕੇ ਉਹਨਾਂ ਨੇ ਬਕਾਇਦਾ ਉੱਥੇ ਕਾਨਫਰੰਸ ਵੀ ਰੱਖੀ। ਪਰ ਜਿਹੜੇ ਸਰਦਾਰ ਬਹਾਦਰ ਪਾਰਟੀ ਸੀ, ਜਿਨ੍ਹਾਂ ਦੇ ਵਿੱਚ ਇੱਕ ਤਾਂ ਬਾਬਾ ਕਰਤਾਰ ਸਿੰਘ ਬੇਦੀ ਸਨ ਤੇ ਤੀਜੀ ਇੱਕ ਧਿਰ ਸੀ ਜਿਹੜੀ ਖੁੱਲ ਕੇ ਸਾਥ ਦੇ ਰਹੀ ਸੀ, ਉਹ ਸੀਗੀ ਲਾਲਾ ਲਾਜਪਤ ਰਾਏ ਔਰ ਉਹ ਜਿਹੜੇ ਉਹਦੇ ਸਾਥੀ ਸਨ। ਉਹਨਾਂ ਨੇ ਇਹਨੂੰ ਟਰਸਟ ਵੀ ਬਣਾਉਣ ਦੀ ਕੋਸ਼ਿਸ਼ ਕੀਤੀ। ਮਹੰਤ ਨੇ ਜਾ ਕੇ ਉਹਨੇ ਟਰਸਟ ਦੀ ਡੀਡ ਵੀ ਤਿਆਰ ਕਰ ਲਈ, ਪਰ ਅਖੀਰ ਦੇ ਵਿੱਚ ਉਹ ਟਰਸਟੀਜ਼ ਕਿਹਨੂੰ ਪਾਣਾ ਇਹਦੇ ਤੇ ਲੈ ਕੇ ਹੋਇਆ ਔਰ ਇਹ ਚੀਜ਼ ਜਿਹੜੀ ਸੀ ਵਾਪਸ ਆ ਗਈ। ਇਹ ਇਤਿਹਾਸਕ ਦਸਤਾਵੇਜ਼ ਹੈ ਨਾ ਲਾਲਾ ਲਾਜਪਤ ਰਾਏ ਵਾਲੀ ਗੱਲ, ਕਿਉਂਕਿ ਅਸੀਂ ਕੋਈ ਇੱਧਰ ਉੱਧਰ ਨਾ। ਅੱਛਾ, ਅੱਗੇ ਥੋੜਾ ਜਿਹਾ ਆਈਏ। ਹਾਂ, ਤੁਸੀਂ ਦੱਸ ਦਿਓ ਗੱਲ ਜਿਹੜੀ ਕਹਿ ਰਹੇ ਹੋ। ਨਹੀਂ, ਮੈਂ ਇਹੀ ਕਹਿ ਰਿਹਾ ਕਿ ਜਿਵੇਂ ਦੇਖੋ ਨਾ ਤੁਸੀਂ, ਲਾਲਾ ਲਾਜਪਤ ਰਾਏ ਦੀ ਕਿਤਾਬ ਹੈ ਆਰੀਆ ਸਮਾਜ,
ਔਰ ਉਹ ਖੁਦ ਲਿਖ ਰਹੇ ਹੈ ਕਿ ਗੁਰੂ ਨਾਨਕ ਜਿਹੜਾ ਹੈ ਇੱਕ ਹਿੰਦੂ ਫਕੀਰ ਸੀ, ਔਰ ਉਹ ਇਹਨੂੰ ਇੱਕ ਹਿੰਦੂ ਟਰਸਟ ਡਿਕਲੇਅਰ ਕਰਾ ਕੇ ਉਹਨੂੰ ਉਹ ਕਰਨਾ ਚਾਹੁੰਦੇ ਸੀ ਤਾਂ ਕਿ ਇਹ ਜਿਹੜਾ ਪੱਕਾ ਤਫਰਕਾ ਜਿਹੜਾ ਹੈ ਇਹ ਪੈ ਜਾਏ। ਔਰ ਉਹ ਚੀਜ਼ ਜਿਵੇਂ ਹਰਮੰਦਰ ਸਾਹਿਬ ਦਾ ਵੀ ਸੀਗਾ ਕਿ ਉਹਦੇ ਵਿੱਚ ਵੀ ਮੂਰਤੀਆਂ ਹੈ, ਉਹਨੂੰ ਵੀ ਹਿੰਦੂ ਸਥਾਨ ਡਿਕਲੇਅਰ ਕਰਕੇ, ਤੋਂ ਇਹ ਝਗੜਾ ਇਹ ਮਹੰਤ ਪਾਣਾ ਚਾਹੁੰਦਾ। ਇਹ ਐਕਟੀਵਿਟੀ ਜਿਹੜੀ ਟਰਸਟ ਬਣਾਉਣ ਦੀ ਸੀ, ਇਹਦਾ ਕਿਤੇ ਹਵਾਲਾ ਆਉਂਦਾ ਹੈ, ਇਹ ਕਿਤੇ ਇਤਿਹਾਸਕ ਦਸਤਾਵੇਜ਼? ਹਾਂਜੀ ਹਾਂਜੀ ਬਿਲਕੁਲ ਹੈਗਾ ਜੀ, ਹੈਗੇ ਆ ਸਾਰੇ। ਅੱਛਾ, ਅਸੀਂ ਅੱਗੇ ਤੁਰੀਏ ਜੀ। ਝੱਬਰ ਦੀ ਕਿਤਾਬ ਵਿੱਚ ਵੀ ਹੈਗਾ ਜੀ। ਅੱਗੇ ਤੁਰੀਏ ਕਿ ਜਦੋਂ ਸਿੰਘ ਸ਼ਹੀਦ ਹੋ ਜਾਂਦੇ ਆ, ਫਿਰ ਕਰਤਾਰ ਸਿੰਘ ਝੱਬਰ ਦੇ ਅਗਵਾਈ 'ਚ ਕਬਜ਼ਾ ਲਿਆ ਜਾਂਦਾ, ਉਹ ਜਰਾ ਵਰਤਾਂਤ ਵੀ ਇੱਕ ਵਾਰੀ ਸੁਣਾ ਦਿਓ। ਤੇ ਉਸ ਤੋਂ ਬਾਅਦ ਕੀ ਫਿਰ ਇਹ ਪੰਥਕ ਮਾਹੌਲ ਬਣ ਜਾਂਦਾ, ਫਿਰ ਉਹ ਜਿਹੜਾ ਗੁਰਦੁਆਰੇ ਦਾ ਪ੍ਰਬੰਧ ਹੈ ਉਹ ਪੰਥਕ ਹੱਥਾਂ 'ਚ ਆ ਜਾਂਦਾ, ਤੇ ਉਦੋਂ ਜਿਹੜੀਆਂ ਰਿਆਸਤਾਂ ਸੀਗੀਆਂ ਜਾਂ ਉਹਨਾਂ ਦਾ ਕੀ ਪ੍ਰਤੀਕਰਮ ਸੀ ਇਹਦੇ ਉੱਤੇ ਜਰਾ, ਕਿਉਂਕਿ ਸਿੱਖਾਂ ਦੇ ਵਿੱਚ ਉਦੋਂ ਵੀ ਰਿਆਸਤਾਂ ਦਾ ਬੋਲਬਾਲ ਸੀਗਾ ਜੀ। ਗੱਲ ਇਹ ਕਿ ਜਦੋਂ ਸ਼ਹੀਦੀ ਹੋ ਜਾਂਦੀ ਹੈ, ਜਦੋਂ ਸ਼ਹੀਦ ਹੋ ਜਾਂਦੇ ਹੈ, ਸਿੰਘਾਂ ਦਾ ਖੂਨ ਡੁੱਲ ਜਾਂਦਾ ਹੈ, ਉਸ ਪਾਵਨ ਧਰਤੀ ਜਿਹੜੀ ਹੈ ਉਹ ਖੂਨ ਨਾਲ ਰੰਗੀ ਜਾਂਦੀ ਹੈ। ਉਸ ਵੇਲੇ ਜਿਹੜੀਆਂ ਲਾਈਨਾਂ ਸ਼ਾਇਦ ਬਹੁਤ ਢੁਕਦੀਆਂ, ਜਿਹੜੀਆਂ ਤਾਰਾ ਸਿੰਘ ਕਾਮਲ ਨੇ ਲਿਖੀਆਂ ਸੀ ਅੰਮ੍ਰਿਤਸਰ ਦੇ ਸ਼ਹੀਦੀ ਸਾਕੇ ਦੇ ਬਾਅਦ, ਜਿਹੜਾ ਨਰਕਧਾਰੀਆਂ ਦਾ ਸਾਕਾ ਹੋਇਆ, ਉਹਨੇ ਜੋ ਕੀਤਾ ਸੀ, ਉਹਨਾਂ ਨੇ ਕਾਨਫਰੰਸ ਵਿੱਚ ਕਿਹਾ ਸੀ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਕਿ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਤੇ ਹੰਝੂ ਕੇਰ ਕੇ ਇਸ ਨੂੰ ਹੋਰ ਪਤਲਾ ਨਾ ਕਰੋ, ਇਸ ਵਿੱਚ ਆਪਣਾ ਖੂਨ ਮਿਲਾ ਕੇ ਇਸ ਨੂੰ ਹੋਰ ਗਾੜਾ ਕਰ ਦਿਓ। ਇਹ ਜਿਹੜੀ ਭਾਵਨਾ ਸੀ ਉਸ ਵੇਲੇ ਉਹਨਾਂ ਸਿੰਘਾਂ ਦੀ ਸੀ। ਔਰ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ, ਇਹ ਜਦੋਂ ਫਿਰ ਤੁਰੇ ਹੈ, ਇਹਨਾਂ ਨੇ 17 ਫਰਵਰੀ 1921 ਨੂੰ ਚੂੜਕਾਣੇ ਮਤਾ ਪਕਾਇਆ ਕਿ ਲਛਮਣ ਸਿੰਘ ਤੇ ਕਰਤਾਰ ਸਿੰਘ ਝੱਬਰ 19 ਫਰਵਰੀ ਨੂੰ ਜਾਣਗੇ। ਝੱਬਰ ਨੇ ਉਸੇ ਵੇਲੇ ਅਰਦਾਸਾ ਸੋਧਿਆ, ਉਹਨਾਂ ਨਾਲ 80-90 ਸਿੰਘ ਸਨ। ਡੋਂਡੀ ਪਟਵਾਈ ਗਈ ਕਿ ਜਿਹੜੇ ਨਾਲ ਆਣਾ ਚਾਹੁੰਦੇ ਹਨ ਉਹ ਹਥਿਆਰ ਬਣ ਕੇ ਆਣ। ਹਥਿਆਰ ਕਿਹੜੇ ਸੀਗੇ? ਗੰਡਾਸੇ, ਟਕੂਏ, ਕੁਹਾੜੀਆਂ, ਤਲਵਾਰਾਂ, ਕਿਰਪਾਨਾਂ, ਡੰਡੇ, ਜਿਨ੍ਹਾਂ ਕੋ ਘੱਟ ਤੋਂ ਘੱਟ ਜਿਹੜਾ ਉਹ ਕੁੱਤਕਾ ਜਿਹੜਾ ਡੰਡਾ ਹੋਏਗਾ। ਸਾਰੇ ਇਲਾਕਿਆਂ ਚੋਂ ਬਿਰਧ ਔਰ ਜਵਾਨਾਂ ਸਮੇਤ ਕਾਫੀ ਬੰਦੇ ਪਹੁੰਚਣੇ ਸ਼ੁਰੂ ਹੋ ਗਏ, ਵਹੀਰਾਂ ਘੱਤ ਕੇ ਆਏ, ਇਤਨੇ ਜ਼ਿਆਦਾ ਸੰਗਤ ਇਕੱਠੀ ਹੋ ਗਈ ਮਰਨ ਲਈ, ਮਾਰਨ ਲਈ ਨਹੀਂ, ਮਰਨ ਲਈ। ਉਹ ਜਦੋਂ ਆ ਗਏ ਤਾਂ ਭਾਈ ਕਰਤਾਰ ਸਿੰਘ ਝੱਬਰ ਨੇ ਉਹਨਾਂ ਨੂੰ ਕਿਹਾ ਕਿ ਸਿਰਫ 2000 ਅਸੀਂ ਰੱਖਣੇ ਆ, ਬਾਕੀ ਤੁਸੀਂ ਵਾਪਸ ਚਲੇ ਜਾਓ। 19 ਫਰਵਰੀ ਨੂੰ ਭਾਈ ਲਛਮਣ ਸਿੰਘ ਤੁਰ ਪਏ, ਪਰ ਝੱਬਰ ਨੇ 2200 ਸਿੰਘ ਅਜੇ ਇਕੱਠੇ ਕੀਤੇ ਸੀ। ਇਸ ਤੋਂ ਬਾਅਦ ਪੰਥਕ ਆਗੂਆਂ ਦੀ ਇਕੱਤਰਤਾ ਹੋਈ ਕਿ ਮਿੱਥੇ ਪ੍ਰੋਗਰਾਮ ਤੋਂ ਪਹਿਲਾਂ ਨਾ ਜਾਇਆ ਜਾਏ, ਪਰ ਭਾਈ ਲਛਮਣ ਸਿੰਘ ਉੱਥੇ ਪਹੁੰਚ ਗਏ। 20 ਫਰਵਰੀ ਨੂੰ ਜਦੋਂ ਸ਼ਬਦ ਪੜ੍ਹਦੇ ਹੋਏ ਭਾਈ ਲਛਮਣ ਸਿੰਘ ਜੀ ਨਨਕਾਣਾ ਸਾਹਿਬ ਪਹੁੰਚ ਗਏ, ਸਾਕਾ ਹੋਇਆ, ਉਹਨਾਂ ਨੂੰ ਜੰਡ ਨਾਲ ਬੰਨ ਕੇ ਸਾੜ ਦਿੱਤਾ ਗਿਆ। ਭਾਈ ਦਲੀਪ ਸਿੰਘ ਨੇ ਗੋਲੀਆਂ ਦੀ ਆਵਾਜ਼ ਸੁਣੀ, ਦੌੜੇ, ਔਰ ਮਹੰਤ ਨੇ ਭਾਈ ਦਲੀਪ ਸਿੰਘ ਨੂੰ ਗੋਲੀ ਮਾਰੀ ਕਿ ਅੱਛਾ ਤੂੰ ਹੀ ਹੈ, ਉਹ ਭੱਠੀ ਵਿੱਚ ਸੁੱਟ ਦਿੱਤਾ। ਭਾਈ ਕਰਤਾਰ ਸਿੰਘ ਝੱਬਰ ਨੂੰ ਤਾਰ ਮਿਲੀ ਕਿ ਮਹੰਤ ਲਾਸ਼ਾਂ ਸਾੜ ਰਿਹਾ ਹੈ, ਉਹ ਵਾਹਦਾਈ ਉੱਥੋਂ ਦੌੜੇ। ਉਹ 2000 ਸਿੰਘ ਉਹਨਾਂ ਦੇ ਨਾਲ ਸਨ। ਹੁਣ ਉਹ ਨਜ਼ਾਰਾ ਆਪਣੇ ਆਪ ਵਿੱਚ ਇੱਕ ਬਿਲਕੁਲ ਪੁਰਾਤਨ ਹੈ। ਸ਼ਾਇਦ ਉਹਦਾ ਹਵਾਲਾ ਜਿਹੜਾ ਕਹਿ ਲੋ ਗੁਰੂ ਸਾਹਿਬ ਦੇ ਵੇਲੇ ਜਿਹੜੀਆਂ ਜੰਗਾਂ ਹੁੰਦੀਆਂ, ਜਾਂ ਬਾਬਾ ਬੰਦਾ ਬਹਾਦਰ ਵੇਲੇ, ਜਾਂ ਬਾਅਦ ਵਿੱਚ ਮਿਸਲਾਂ ਵੇਲੇ, ਉਹ ਨਜ਼ਾਰਾ ਸੀ। 2000 ਸਿੰਘ ਹੈ, ਸਾਰੇ ਤਿਆਰ ਹੈ, ਮਰਨ ਲਈ ਤਿਆਰ ਹੈਗੇ ਆ। ਦਰਬਾਰ ਉਹਨਾਂ ਦੇ ਕੋਲ ਇੱਕੋ ਇੱਕ ਨਿਸ਼ਾਨਾ ਹੈ, ਅਸੀਂ ਦਰਬਾਰ ਸਾਹਿਬ ਮੱਥਾ ਟੇਕਣਾ। ਉਹਨਾਂ ਦੇ ਵਿਚਕਾਰ ਔਰ ਦਰਬਾਰ ਸਾਹਿਬ ਦੇ ਵਿਚਕਾਰ, ਨਨਕਾਣਾ ਸਾਹਿਬ ਦੇ ਵਿਚਕਾਰ ਪੁਲਿਸ ਗੋਰਾ ਫੌਜ ਹੈ, ਗੋਰੇ ਹੈਗੇ ਆ, ਮਸ਼ੀਨ ਗੰਨਾਂ ਉਹਨਾਂ ਨੇ ਬੀੜੀਆਂ ਹੋਈਆਂ। ਔਰ ਉਹ 2000 ਦਾ ਜਦੋਂ ਪਹੁੰਚੇ ਹੈ ਘੋੜਸਵਾਰ, ਉਹਨਾਂ ਨੇ 200 ਦੇ ਜਥੇ ਬਣਾਏ, 11 ਜਥੇ ਬਣ ਗਏ, 2200 ਸੀਗੇ, 11 ਜਥੇ ਬਣਾ ਲਏ। ਉਹਨਾਂ 11 ਦੇ ਸਾਰੇ ਜਥੇਦਾਰ ਇੱਕ ਇੱਕ ਘੋੜੇ ਦੇ ਉੱਤੇ ਸਵਾਰ ਸੀ। ਭਾਈ ਕਰਤਾਰ ਸਿੰਘ ਝੱਬਰ ਖੁਦ ਘੋੜੇ ਤੇ ਸਵਾਰ ਸੀ। ਜਦੋਂ ਇਹ ਅੱਗੇ ਪਹੁੰਚੇ ਹੈ, ਜਦੋਂ ਥੋੜੀ ਦੂਰ ਰਹਿ ਗਏ ਹੈ, ਸਰਦਾਰ ਬਹਾਦਰ ਮਹਿਤਾਬ ਸਿੰਘ ਵਾਹਦਾਈ ਦੌੜਦੇ ਹੋਏ ਆਏ, ਔਰ ਉਹਨਾਂ ਦੇ ਕੋਲੋਂ ਆਵਾਜ਼ ਨਹੀਂ ਸੀ ਨਿਕਲ ਰਹੀ, ਉਹ ਰੋਈ ਜਾ ਰਹੇ ਸੀ, ਜ਼ਾਰੋ-ਜ਼ਾਰ ਰੋਈ ਜਾ ਰਹੇ ਸੀ, ਔਰ ਉਹਨਾਂ ਕੋਲੋਂ ਕੁਝ ਨਹੀਂ ਬੋਲਿਆ ਜਾ ਰਿਹਾ ਸੀ। ਉਹ ਕਹਿਣ ਲੱਗੇ ਕਿ ਤੁਸੀਂ ਜਥਾ ਰੋਕ ਦਿਓ।
ਗੱਲ ਨਾ ਹੋਈ ਕਿਉਂਕਿ ਅੱਗੇ ਹਾਲਾਤ ਬਹੁਤ ਹੈ। ਉਹਨਾਂ ਨੇ ਡਿਪਟੀ ਕਮਿਸ਼ਨਰ ਦਾ ਇੱਕ ਰੁੱਕਾ ਉਹਨਾਂ ਨੂੰ ਦਿੱਤਾ ਝੱਬਰ ਨੂੰ, ਉਹਦੇ ਤੇ ਲਿਖਿਆ ਸੀ ਕਿ ਤੁਹਾਨੂੰ ਹੁਕਮ ਹੈ ਕਿ ਤੁਸੀਂ ਇੱਥੋਂ ਵਾਪਸ ਚਲੇ ਜਾਓ। ਔਰ ਝੱਬਰ ਨੇ ਉਸੇ ਵੇਲੇ ਘੋੜੇ ਤੋਂ ਉਤਰੇ ਹੈ, ਉਹਨਾਂ ਨੇ ਉਹ ਰੁੱਕਾ ਲਿਆ, ਉਹ ਰੁੱਕਾ ਲੈ ਕੇ ਉਹ ਹੁਕਮ ਜਿਹੜਾ ਕਮਿਸ਼ਨਰ ਦਾ ਸੀ ਉਹਨੂੰ ਫਾੜਿਆ, ਥੱਲੇ ਸੁੱਟਿਆ ਔਰ ਉਹਦੇ ਤੇ ਆਪਣੀਆਂ ਜੁੱਤੀਆਂ ਮਾਰੀਆਂ ਹੈਗੀਆਂ। ਕਹਿੰਦੇ ਉਹਨੂੰ ਜਾ ਕੇ ਕਹਿ ਦਿਓ। ਉਹਦੇ ਬਾਅਦ ਝੱਬਰ ਨੇ ਕਿਹਾ ਕਿ ਸਾਰੇ ਸਿੰਘ ਹੁਣ ਇੱਕ ਲਾਈਨ ਵਿੱਚ ਹੋ ਜਾਓ, ਇੱਕ ਲਾਈਨ ਵਿੱਚ ਹੋ ਜਾਓ। ਇੰਨੇ ਨੂੰ ਕਾਫੀ ਅੱਗੇ ਵਧੇ ਹੈ, ਉੱਥੋਂ ਗੋਰੇ ਨਜ਼ਰ ਆ ਰਹੇ ਹੈ ਜਿਹੜੇ ਮਸ਼ੀਨ ਗੰਨਾਂ ਲਈਆਂ ਹੋਈਆਂ। ਉੱਥੇ ਕਮਿਸ਼ਨਰ ਵੀ ਹੈ, ਉੱਥੇ ਕਿੰਗ ਜਿਹੜਾ ਕਮਿਸ਼ਨਰ ਲਾਹੌਰ ਦਾ ਕਿੰਗ ਹੈਗਾ ਸੀਗਾ ਉਹ ਵੀ ਸੀਗਾ, DIG ਐਮਰਸਨ ਵੀ ਸੀਗਾ, ਡਿਪਟੀ ਕਮਿਸ਼ਨਰ ਵੀ ਕਰੀ ਵੀ ਸੀਗਾ ਔਰ ਆਰਮੀ ਕਮਾਂਡਰ ਜਨਰਲ ਵੀ ਸੀਗਾ। ਦੇਖੋ ਪੂਰੀ ਦੀ ਪੂਰੀ ਇਹ ਮੁਕਾਬਲਾ ਦੇਖੋ ਜਿਹਨੂੰ ਕਹਿੰਦੇ ਆ ਕਿ ਕਿਸ ਕਿਸਮ ਦਾ ਮੁਕਾਬਲਾ ਹੋਣ ਜਾ ਰਿਹਾ ਹੈ। ਇਹ ਇਤਿਹਾਸ ਦੇ ਵਿੱਚ ਇੱਕ ਅਦੁੱਤੀ ਹੈ, ਸਾਨੂੰ ਯਾਦ ਰੱਖਣਾ ਪਏਗਾ। ਉਸ ਵੇਲੇ ਝੱਬਰ ਨੇ, ਉਹਨਾਂ ਦੇ ਪੇਟੀ ਦੇ ਵਿੱਚ ਗਾਤਰੇ ਕਿਰਪਾਨ ਸੀ, ਘੋੜੇ ਤੇ ਸਵਾਰ ਸਨ, ਸਫਾ ਜੰਗ ਹੱਥ ਵਿੱਚ ਸੀ ਔਰ ਦੂਜੇ ਹੱਥ ਵਿੱਚ ਟਕੂਆ ਸੀਗਾ। ਉਹਨਾਂ ਨੂੰ ਜਦੋਂ ਲਾਲ ਸਿੰਘ ਨੇ ਘੋੜਾ ਫੜ ਕੇ ਕਿਹਾ ਜਥੇਦਾਰ ਸਾਹਿਬ ਨਾਲ ਗੱਲ ਕਰ ਲਓ, ਝੱਬਰ ਨੇ ਉਤਰ ਕੇ ਸੀਟੀ ਮਾਰੀ ਅਤੇ ਸਾਰੇ ਜਥੇ ਇੱਕ ਲਾਈਨ ਵਿੱਚ ਹੋ ਗਏ। ਕਮਿਸ਼ਨਰ ਨੇ ਕਿਹਾ ਕਿ ਮੇਰਾ ਹੁਕਮ ਹੈ, ਤੁਸੀਂ ਅੱਗੇ ਨਹੀਂ ਜਾ ਸਕਦੇ, ਮਸ਼ੀਨ ਗੰਨਾਂ ਫਿੱਟ ਹਨ, ਅਗਰ ਅੱਗੇ ਵਧੋਗੇ ਗੋਲੀ ਚੱਲ ਜਾਏਗੀ। ਤੁਸੀਂ ਉਹ ਸੀਨ ਦੇਖ ਕੇ ਫਿਰ ਉਹ ਸਵਾਲ ਜਵਾਬ ਜਿਹੜੇ ਆ ਨਾ ਜੀ, ਐਸਾ ਨਜ਼ਾਰਾ ਨਹੀਂ ਹੋ ਸਕਦਾ। ਉਸ ਵੇਲੇ ਝੱਬਰ ਨੇ ਕਿਹਾ, ਕਹਿਣ ਲੱਗਾ ਕਮਿਸ਼ਨਰ ਨੂੰ, ਕਹਿੰਦਾ ਤੁਹਾਡੇ ਕੋਲ 150 ਫੌਜੀ ਹੈ, ਮੇਰੇ ਕੋਲ 2200 ਸਿੰਘ ਹਨ, ਤੁਸੀਂ ਗੋਲੀ ਚਲਾਓ, ਫਿਰ ਵੇਖੋ ਤੁਸੀਂ ਕਿਵੇਂ ਅਸੀਂ ਆਪਣੇ ਹੱਥ ਵਿਖਾਉਂਦੇ ਆ। ਫਿਰ ਉਸ ਤੋਂ ਬਾਅਦ ਉਹਨਾਂ ਨੇ ਸਿੰਘਾਂ ਨੂੰ ਮੁਖਾਤਬ ਹੋ ਕੇ ਕਿਹਾ ਕਿ ਹੁਣ ਇਹ ਗੋਲੀ ਚਲਾਣਗੇ, ਅਸੀਂ ਅੱਗੇ ਵਧਣਾ। ਜਿਹੜਾ ਸਿੰਘ ਗਿਰ ਜਾਂਦਾ ਉਹਦੇ ਵੱਲ ਨਹੀਂ ਵੇਖਣਾ, ਜਿਹੜਾ ਜ਼ਖਮੀ ਹੋ ਜਾਏ ਉਹਦੀ ਸਾਰ ਨਹੀਂ ਲੈਣੀ, ਜੇ ਕੋਈ ਸ਼ਹੀਦ ਹੋ ਜਾਂਦਾ ਉਹਨੂੰ ਨਹੀਂ ਦੇਖਣਾ। ਤੁਸੀਂ ਵਾਹੋਦਾਈ ਦੌੜ ਕੇ, ਇਹ ਸਿਰਫ 150 ਹੈਗੇ ਆ, ਤੁਸੀਂ ਇਹਨਾਂ ਦੇ ਉੱਤੇ ਕਿਰਪਾਨਾਂ ਦੇ ਨਾਲ ਜਿਹੜਾ ਤੁਹਾਡੇ ਕੋਲ ਹੈ ਹਮਲਾ ਕਰ ਦੇਣਾ, ਇੱਕ ਨੂੰ ਵੀ ਨਹੀਂ ਛੱਡਣਾ। ਇਹ 150 ਸਾਰੇ ਦੇ ਸਾਰੇ ਮਾਰ ਦੇਣੇ ਆ। ਇਹ 150 ਕਰ ਕੀ ਲੈਣਗੇ, ਅਸੀਂ 2200 ਹੈਗੇ ਆ, ਗੋਲੀਆਂ ਚਲਾਣਗੇ, ਚਲਦੀ ਗੋਲੀ ਦੇ ਵਿੱਚ ਵੀ ਅਸੀਂ ਅੱਗੇ ਵੱਧ ਸਕਦੇ ਆ। ਇਹ ਜਦੋਂ ਕਿਹਾ ਅੰਗਰੇਜ਼ ਕਮਿਸ਼ਨਰ ਦਹਿਲ ਗਿਆ। ਸ਼ਾਇਦ ਉਸਨੇ ਵੀ ਜ਼ਿੰਦਗੀ ਦੇ ਵਿੱਚ ਕੋਈ ਐਸਾ ਜਵਾਬ, ਐਸੀ ਕੋਈ ਚੀਜ਼ ਨਹੀਂ ਵੇਖੀ ਹੋਣੀ ਕਿ ਇਸ ਤਰ੍ਹਾਂ ਦਾ ਅੱਗੋਂ ਜਵਾਬ ਮਿਲ ਰਿਹਾ ਹੈਗਾ। ਔਰ ਉਸਨੇ ਫਿਰ ਕਿਹਾ ਠੀਕ ਹੈ, ਤੁਹਾਨੂੰ ਕੀ ਚਾਹੀਦਾ? ਉਹਨੇ ਕਿਹਾ ਤੁਹਾਡੇ ਕੋਲੋਂ ਸਾਨੂੰ ਕੀ ਚਾਹੀਦਾ? ਅਸੀਂ ਆਪਣੇ ਗੁਰਦੁਆਰਾ ਸਾਹਿਬ ਜਾਣਾ ਹੈ, ਦਰਬਾਰ ਸਾਹਿਬ, ਤੁਸੀਂ ਅੱਗੇ ਆਇਓ, ਤੁਸੀਂ ਦੱਸੋ ਤੁਹਾਨੂੰ ਸਾਡੇ ਕੋਲੋਂ ਕੀ ਚਾਹੀਦਾ। ਅਸੀਂ ਤੇ ਤੁਹਾਡੇ ਕੋਲ ਨਹੀਂ ਆਏ, ਤੁਸੀਂ ਅੱਗੋਂ ਹਟ ਜਾਓ, ਨਹੀਂ ਤਾਂ ਫਿਰ ਅਸੀਂ ਆਪਣੀ ਆਈ ਤੇ ਹੈਗੇ। ਉਹਨੇ ਕਿਹਾ ਠੀਕ ਹੈ, ਮੈਨੂੰ ਸਵੇਰ ਤੱਕ ਦਾ ਟਾਈਮ ਦਿਓ। ਕਰਤਾਰ ਸਿੰਘ ਝੱਬਰ ਨੇ ਕਿਹਾ ਕਿ ਜਿਹੜੀ ਪੜ੍ਹਾਈ ਤੂੰ ਪੜ੍ਹ ਕੇ ਆਇਆ ਉਹੀ ਪੜ੍ਹਾਈ ਮੈਂ ਵੀ ਪੜ੍ਹੀ ਹੈ, ਤੂੰ ਟਾਈਮ ਮੰਗ ਰਿਹਾ ਸਵੇਰ ਤੱਕ ਦਾ, ਤਾਂ ਕਿ ਉਸ ਦਾ ਮਕਸਦ ਇਹ ਹੈ ਕਿ ਤੂੰ ਸਵੇਰ ਤੱਕ ਹੋਰ ਫੌਜ ਬੁਲਾ ਲਵੇਂ ਔਰ ਫਿਰ ਤੈਨੂੰ ਉਸ ਤੋਂ ਇਮਦਾਦ ਮਿਲੇ। ਅਸੀਂ ਤੈਨੂੰ 2 ਮਿੰਟ ਵੀ ਟਾਈਮ ਨਹੀਂ ਦੇ ਸਕਦੇ। ਉਹਦੇ ਦੇ ਨਾਲ ਉਸ ਦੇ ਵਿੱਚ ਜਿਹੜੇ ਕੁਝ ਸਿੰਘ ਵੀ ਸੀਗੇ, ਸਰਦਾਰ ਬਹਾਦਰ ਮਹਿਤਾਬ ਸਿੰਘ, ਹਰਬੰਸ ਸਿੰਘ ਵਗੈਰਾ, ਉਹ ਸਾਰੇ ਸਿੰਘ ਉੱਥੇ ਸੀਗੇ। ਤੇ ਉਹਨੇ ਕਮਿਸ਼ਨਰ ਨੇ ਫਿਰ ਆਪਣੇ ਉਹਨਾਂ ਜਨਰਲਸ ਨਾਲ ਸਾਰਿਆਂ ਨਾਲ ਸਲਾਹ ਕੀਤੀ ਔਰ ਉਸਨੇ ਉਹਨਾਂ ਨੂੰ ਕਿਹਾ ਕਿ ਇਹ ਤੁਸੀਂ ਚਾਬੀਆਂ ਲੈ ਲਓ। ਔਰ ਉਹਨੇ ਜਿਹੜੀਆਂ ਉਹਨਾਂ ਨੂੰ ਚਾਬੀਆਂ ਜਿਹੜੀਆਂ ਦਿੱਤੀਆਂ, ਤੇ ਉਹਦੇ ਨਾਲ ਉਸ ਵੇਲੇ ਜਿਹੜੇ ਉੱਥੇ ਸਿੰਘ ਸੀਗੇ ਤੇ ਉਹਨਾਂ ਨੇ ਪਹਿਲਾਂ ਚਾਬੀਆਂ ਜਿਸ ਵੇਲੇ ਦੇ ਪਹਿਲਾਂ ਉਹਨੇ ਕੋਸ਼ਿਸ਼ ਕੀਤੀ ਇੱਕ ਕਮੇਟੀ ਬਣਾ ਦਿੱਤੀ ਜਾਏ, ਫਲਾਣੇ ਨੂੰ ਦੇ ਦਿੱਤਾ ਜਾਏ, ਉਹ ਉਹਨਾਂ ਨੇ ਨਹੀਂ ਮੰਨੀ। ਉਹ 7 ਬੰਦਿਆਂ ਦਾ ਉਹਨਾਂ ਨੇ ਕਰਕੇ ਤੇ ਉਹ ਫਿਰ ਉਹਨਾਂ ਨੂੰ ਉਹ ਦਰਬਾਰ ਸਾਹਿਬ ਦੀਆਂ ਚਾਬੀਆਂ ਦੇ ਦਿੱਤੀਆਂ। ਜਦੋਂ ਚਾਬੀਆਂ ਮਿਲੀਆਂ ਤੇ ਉਹਦੇ ਬਾਅਦ ਕੁਝ ਸਿੰਘ ਅੰਦਰ ਗਏ, ਪਰ ਇਤਨਾ ਹਿਰਦੇ ਵਿਦਾਰਕ ਸੀਗਾ, ਸੀਨ ਸੀਗਾ ਕਿ ਉਹ ਸਾਂਭ ਨਹੀਂ ਸਕੇ, ਦੇਖ ਨਹੀਂ ਸਕੇ। ਫਿਰ ਉਹਦੇ ਬਾਅਦ ਸ਼ਾਮ ਨੂੰ ਕਮਿਸ਼ਨਰ ਕਰੀ ਥਾਣੇਦਾਰ ਸਮੇਤ ਆਇਆ, ਪਰ ਉਸਨੇ ਕੁਝ ਨਾ ਕਿਹਾ। ਉਸ ਵੇਲੇ ਮਹੰਤ ਉੱਥੇ ਸੀ ਔਰ ਉਹਦੇ ਹੱਥ ਵਿੱਚ ਵੀ ਬੰਦੂਕ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਕਿਤਨਾ ਆਪ ਹੁਦਰਾ ਔਰ ਕਿਤਨਾ ਉਹਦਾ ਦਿਲ ਖੁੱਲਾ ਸੀ ਕਿ ਮੈਂ ਕੁਝ ਵੀ ਇਹ ਕਰ ਲੈਣ, ਕੁਝ ਵੀ ਨਹੀਂ ਹੋ ਸਕਦਾ। ਫਿਰ 22 ਫਰਵਰੀ ਨੂੰ ਮੈਕਲੇਗਨ ਉੱਥੇ ਪਹੁੰਚਿਆ,
ਗਵਰਨਰ ਜਿਹੜਾ ਹੈਗਾ, ਔਰ ਜੀ, 23 ਐਡਵਰਡ। ਨੂੰ ਜੀ 23 ਨੂੰ ਉਹਨਾਂ ਦਾ ਸੰਸਕਾਰ ਕੀਤਾ ਗਿਆ। ਔਰ ਉਹਦਾ ਜਿਹੜਾ ਸੀਗਾ, ਇਹ ਸ਼ਾਇਦ ਇਸ ਤਰ੍ਹਾਂ ਦਾ ਸਾਕਾ। ਔਰ ਇੱਕ ਵੱਡੀ ਗੱਲ ਇਹ ਹੈਗੀ ਹੈ ਕਿ ਜੋ ਹਾਲਾਤ ਉਸ ਵੇਲੇ ਸੀ, ਸਿੱਖਾਂ ਦੇ ਔਰ ਗੁਰਦੁਆਰਿਆਂ ਦੇ ਵਿਚਕਾਰ ਇੱਕ ਦੀਵਾਰ ਸੀ, ਇੱਕ ਮਸਨੂਈ ਦੀਵਾਰ ਸੀ, ਇੱਕ ਸਰਕਾਰੀ ਤਾਕਤ ਦੀ ਦੀਵਾਰ ਸੀ। ਅੱਜ ਸ਼ਾਇਦ ਉਹ ਸੀਨ ਬਿਲਕੁਲ ਪੂਰਾ ਦੁਹਰਾਇਆ ਜਾ ਰਿਹਾ ਹੈ। ਅੱਜ ਵੀ ਸਿੱਖਾਂ ਦੇ ਔਰ ਦਰਬਾਰ ਸਾਹਿਬ ਦੇ ਵਿਚਕਾਰ ਫਿਰ ਇੱਕ ਸਰਕਾਰੀ ਦੀਵਾਰ ਖੜੀ ਹੋ ਗਈ ਹੈ। ਮੈਂ ਸਰਦਾਰ ਸਾਹਿਬ ਇਹੀ ਅਤਿਮ ਸਵਾਲ ਸੀਗਾ ਕਿ ਉਸ ਮੌਕੇ ਤੇ ਜਦੋਂ ਕੁੰਜੀਆਂ ਮਿਲਦੀਆਂ ਨੇ ਤੇ ਮਹਾਤਮਾ ਗਾਂਧੀ ਹੁੱਬ ਕੇ ਆਖਦਾ ਹੈ ਕਿ ਆਜ਼ਾਦੀ ਦੀ ਅੱਧੀ ਲੜਾਈ ਜਿੱਤੀ ਗਈ, ਤੇ ਆਜ਼ਾਦੀ ਦੀ ਉਸ ਲੜਾਈ ਦੇ ਵਿੱਚ ਜੇਕਰ ਇੰਨਾ ਖੂਨ ਪਿਆ ਸੀ ਸਿੱਖਾਂ ਦਾ, ਸ਼ਹੀਦਾਂ ਦਾ, ਤੇ ਉਸ ਤੋਂ ਬਾਅਦ ਅੱਜ 100 ਸਾਲ ਬਾਅਦ ਉੱਥੇ ਹੀ ਜਾ ਕੇ ਮੱਥਾ ਰੱਖਣਾ ਸੀ ਸਿੱਖ ਨੇ, ਉੱਥੇ ਜਾ ਕੇ ਅਕਾਲ ਤਖਤ ਦੇ ਜਥੇਦਾਰ ਨੇ ਅਰਦਾਸ 'ਚ ਸ਼ਾਮਲ ਹੋਣਾ ਸੀ। ਦੁਨੀਆ ਭਰ ਤੋਂ ਆ ਰਹੀਆਂ ਸੰਗਤਾਂ ਲਈ ਕੀਰਤਨੀ ਜਥੇ ਦਰਬਾਰ ਸਾਹਿਬ ਦਰਬਾਰ ਸਾਹਿਬ ਦੇ ਕੀਰਤਨੀ ਜਥਿਆਂ ਨੇ ਮਨੋਰ ਕੀਰਤਨ ਕਰਨੇ ਸੀ। ਕਿਸੇ ਨੂੰ ਆਗਿਆ ਨਹੀਂ ਮਿਲੀ, ਬਹਾਨੇ ਕੋਈ ਵੀ ਹੋਣ। ਤੁਹਾਡੀ ਗੱਲ ਠੀਕ ਹੈ ਕਿ ਜਦੋਂ ਕਿਧਰੇ ਵੀ ਜਜ਼ਬਾਤ ਰੋਕ ਲਏ ਜਾਂਦੇ ਆ ਤੇ ਫਿਰ ਉਹ ਹਿੱਕ ਦੇ ਵਿੱਚ ਬਲਦੇ ਆ। ਇਹ ਜਿਹੜਾ ਸੀਨਿਆਂ ਦੇ ਵਿੱਚ ਰੋਹ ਬਲਦਾ ਹੈ ਨਾ ਜੀ, ਇਸ ਰੋਹ ਨੂੰ ਨਾ ਤਾਂ ਕੋਈ ਆਵਾਜ਼ ਦੇ ਸਕਦੇ ਹੋ ਤੁਸੀਂ, ਨਾ ਇਹਨੂੰ ਜ਼ੁਬਾਨ ਦੇ ਸਕਦੇ ਹੋ। ਇਹ ਤਾਂ ਬਸ ਰੋਹ ਤਸੱਵਰ ਕੀਤਾ ਜਾ ਸਕਦਾ, ਸਮਝਿਆ ਜਾ ਸਕਦਾ, ਮਹਿਸੂਸਿਆ ਜਾ ਸਕਦਾ ਹੈ। ਅੱਜ ਫਿਰ 100 ਸਾਲ ਬਾਅਦ ਅਸੀਂ ਜਿੱਥੇ ਖੜੇ ਆ, ਉਹ ਤਸਵੀਰ ਵੀ ਬਣਾਉਣੀ ਬਣਦੀ ਹੈ ਕਿ ਹੁਣ ਤੁਸੀਂ ਜਦੋਂ ਜਾ ਕੇ ਆਏ ਹੋ ਉੱਥੇ, ਤੇ ਅੱਜ ਉਹ ਜਗ੍ਹਾ ਕਿਸ ਤਰੀਕੇ ਨਾਲ ਵਿਕਸਿਤ ਹੋਈ ਆ, ਉਹਦਾ ਖਾਕਾ ਉਲੀਕਿਓ। ਚਲੋ ਇਹ ਭਾਰਤੀ ਹਕੂਮਤ ਨੇ ਨਹੀਂ ਆਗਿਆ ਦਿੱਤੀ, ਬਹਾਨੇ ਕੋਈ ਵੀ ਬਣਾਏ, ਲੇਕਿਨ ਉੱਥੇ ਕਿਸ ਤਰ੍ਹਾਂ ਦੇ ਜਲੌ ਨੇ, ਉੱਥੇ ਕਿਸ ਤਰ੍ਹਾਂ ਦਾ ਮਾਹੌਲ ਹੈ, ਇਹ ਜ਼ਰੂਰ ਦੱਸਿਓ। 100 ਸਾਲ ਦਾ ਸਫ਼ਰ ਕਿਵੇਂ ਦਾ ਰਿਹਾ, 100 ਸਾਲ ਬਾਅਦ ਅਸੀਂ ਅੱਜ ਉਸ ਸਥਾਨ ਦੇ ਉੱਤੇ ਕਿਵੇਂ ਦੀ ਉਹ ਜਵਾਲਾ, ਉਹ ਜਿਹੜੀ ਜੋਤੀ ਸੀ ਗੁਰੂ ਨਾਨਕ ਸਾਹਿਬ ਦੇ ਵਿਚਾਰ ਦੀ, ਉਹ ਬਲਦੀ ਦੇਖਦੇ ਆ। ਜੋ ਉਸ ਵੇਲੇ ਵੀ ਜਿਸ ਤਰੀਕੇ ਦੇ ਨਾਲ, ਜਿਵੇਂ ਕੌਮ ਨੇ ਜਿਸ ਤਰੀਕੇ ਨਾਲ ਲਿਆ, ਔਰ ਉਹ ਉਹਨਾਂ ਨੂੰ ਦਰਸ਼ਨ ਦੀ ਮਿਲੀ, ਪਰ 47 ਦੇ ਵਿੱਚ ਫਿਰ ਉਹ ਜਿਹੜਾ ਵਿਛੜ ਗਿਆ, ਔਰ ਜਦੋਂ ਵਿਛੜਿਆ ਫਿਰ ਲਗਾਤਾਰ ਦਿਨ ਰਾਤ ਅਰਦਾਸਾਂ ਹੁੰਦੀਆਂ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ, ਖੁੱਲੇ ਦਰਸ਼ਨ ਦੀਦਾਰ ਦੀ ਇਹ ਅਰਦਾਸ ਹਰ ਜਗ੍ਹਾ ਹੁੰਦੀ ਹੈ। ਪਰ ਮੈਨੂੰ ਜਾਪਦਾ ਹੈਗਾ, ਮੈਂ ਗਲਤ ਹੋਵਾਂਗਾ, ਹੋ ਸਕਦਾ ਮੈਂ ਗਲਤ ਹੋਵਾਂ, ਅਰਦਾਸਾਂ ਕਰੀ ਜਾਣੀਆਂ ਹੋਰ ਹੈ, ਅਮਲ ਜਿੰਨੀ ਦੇਰ ਨਹੀਂ ਆਏਗਾ। ਅਰਦਾਸਾਂ, ਮਤੇ, ਗੁਰਮਤੇ, ਰੈਜ਼ੋਲੂਸ਼ਨਸ, ਇਹ ਅਕਾਲੀ ਜਿਹੜੀ ਸਾਡੀ ਟਕਸਾਲੀ ਆਗੂ ਸਨ ਕਰਦੇ ਰਹੇ। ਉਹਨਾਂ ਨੇ ਮਤੇ ਵੀ ਪਾਸ ਕੀਤੇ, ਧਮਕੀਆਂ ਵੀ ਦਿੱਤੀਆਂ, ਚੇਤਾਵਨੀਆਂ ਵੀ ਦਿੱਤੀਆਂ, ਨਾ ਮਿਲਵਰਤਣ ਵੀ ਕੀਤੀ। ਦੂਜੇ ਪਾਸੇ ਸਰਦਾਰ ਹਰਬੰਸ ਸਿੰਘ ਅਟਾਰੀ ਜਿਹੜੇ ਉਸ ਵੇਲੇ ਸੀਗੇ, ਸਰਦਾਰ ਬਹਾਦਰ ਮਹਿਤਾਬ ਸਿੰਘ, ਬਾਬਾ ਸਰਬਜੋਤ ਸਿੰਘ ਬੇਦੀ, ਹੋਰ ਜਿਹੜੇ ਆਗੂ ਸਨ, ਉਹ ਸਰਕਾਰ ਦੇ ਨਾਲ, ਭਾਈ ਜੋਤ ਸਿੰਘ, ਇਹ ਮਿਲਵਰਤਣ ਵੀ ਕਰਦੇ ਰਹੇ ਸਰਕਾਰ ਨਾਲ। ਪਰ ਜਿਹੜਾ ਉਸ ਵੇਲੇ ਮਿਲਿਆ, ਪਰ ਹੁਣ ਦੀ ਜਿਹੜੀ ਹਾਲਤ ਹੈਗੀ ਹੈ ਉਹ ਇਦਾਂ ਹੀ ਹੈ ਕਿ ਪਰਿਵਾਰ ਦੇ ਦੋ ਜੀਅ ਵਿਛੜੇ ਹੋਣ ਤੇ ਉਹ ਕਿਵੇਂ ਉਸ ਚੀਜ਼ ਦਾ ਆਨੰਦ ਮਾਣ ਸਕਦੇ ਹੈ। ਜਿਵੇਂ ਮੇਰਾ ਇੱਕ ਮਿੱਤਰ ਕਹਿੰਦਾ ਹੁੰਦਾ ਸੀਗਾ, ਉਹ ਇੱਕ ਉਰਦੂ ਦਾ ਸ਼ੇਰ ਪੜ੍ਹਦਾ ਸੀ, ਮੈਨੂੰ ਉਹ ਯਾਦ ਤੇ ਨਹੀਂ, ਕਹਿੰਦਾ ਕਿ ਮੈਂ ਤੇਰੇ ਮਿਲਣ ਲਈ ਬੇਤਾਬ ਹੁੰਦਾ, ਮੈਂ ਇੰਤਜ਼ਾਰ ਕਰਦਾ, ਔਰ ਜਦੋਂ ਤੂੰ ਆਂਦਾ ਹੈ ਮੈਨੂੰ ਖੁਸ਼ੀ ਬੜੀ ਹੁੰਦੀ ਹੈ, ਪਰ ਫਿਰ ਮੈਂ ਉਦਾਸ ਹੋ ਜਾਣਾ ਕਿ ਹੁਣ ਤੂੰ ਵਾਪਸ ਚਲਾ ਜਾਏਗਾ। ਜੀ, ਉਹਨਾਂ ਲੋਕਾਂ ਦੀ ਵੀ ਇਹੀ ਭਾਵਨਾ ਹੈ, ਔਰ ਆਪਣੀ ਵੀ ਜਾ ਕੇ ਇਹੀ ਭਾਵਨਾ ਹੁੰਦੀ ਹੈ। ਪਰ ਇੱਕ ਗੱਲ ਹੈਗੀ ਹੈ, ਉੱਥੇ ਦੇਖੋ ਸਵੇਰੇ 5 ਵਜੇ ਉੱਥੇ ਦਰਬਾਰ ਸਾਹਿਬ ਨਨਕਾਣਾ ਸਾਹਿਬ ਦੇ ਵਿਚਕਾਰ 5 ਵਜੇ ਸਵੇਰੇ ਬੱਚੇ ਸੰਥਿਆ ਲੈ ਰਹੇ ਹੈ, ਵੱਡੀ ਗਿਣਤੀ ਦੇ ਵਿੱਚ ਉਹ ਪਾਠ ਕਰ ਰਹੇ ਹੈ, ਕੀਰਤਨ ਕਰਦੇ ਹੈ, ਸਭ ਕੁਝ ਸਿੱਖਦੇ ਹੈ। ਪਰ ਉਹਨਾਂ ਨੂੰ ਮਹਿਸੂਸ ਹੁੰਦਾ ਸ਼ਾਇਦ ਅਸੀਂ ਅਰਦਾਸ ਤਾਂ ਕਰੀ ਜਾ ਰਹੇ ਹਾਂ, ਪਰ ਇੱਕ ਜਿਹੜੀ ਤੜਪ ਹੈ, ਇੱਕ ਉਹ ਤੜਪ ਦੀ ਜਿਹਨੂੰ ਤੇਜਾ ਸਿੰਘ ਸਾਬਰ ਨੇ ਕਿਹਾ ਸੀਗਾ, ਕਹਿਣ ਲੱਗੇ, ਕਹਿੰਦੇ ਕਿ ਜਾਂ ਮੈਂ ਕਵਿਤਾ ਆਪਣੀ ਪੜ੍ਹਨ ਲੱਗਾ, ਦਿਲ ਮੇਰਾ ਅੰਦਰੋਂ ਅੰਦਰੀ ਹੁੱਸ ਗਿਆ, ਇੰਜ ਲੱਗਾ ਕਿਹਾ ਨਾਨਕ ਸ਼ਾਇਰ ਨੇ, ਕਿਉਂ ਕਵੀਆ ਦਿਲ ਹੀ ਮੁੱਸ ਗਿਆ, ਜਾਂ ਕੌਮ ਮੇਰੀ ਨੂੰ ਆਖ ਦਵੀਂ, ਨਨਕਾਣਾ ਤੁਹਾਥੋਂ ਖੁੱਸਾ ਨਹੀਂ, ਗੁਰੂ ਨਾਨਕ ਤੁਹਾਥੋਂ ਰੁੱਸ ਗਿਆ। ਇਹ ਜਿਹੜੀ ਇੱਕ ਵੇਦਨਾ
ਜਦੋਂ ਇੱਕ ਤੜਪ ਦੇ ਵਿੱਚ ਜਦੋਂ ਬਣੇਗੀ, ਅਰਦਾਸ ਜਦੋਂ ਤੜਪ ਦੇ ਵਿੱਚ ਪੈਦਾ ਹੋਏਗੀ, ਸਰਕਾਰ ਨੇ ਕਿਹਾ ਨਹੀਂ ਜਾਣਾ, ਠੀਕ ਹੈ ਜੀ, ਸਤ ਵਚਨ ਜੀ ਨਹੀਂ ਜਾਣਾ, ਜੇ ਕਹਿ ਗਿਆ ਚਲੋ ਜੀ ਚਲੇ ਜਾਂਦੇ ਆ। ਇਹ ਜਿਹੜੀ ਚੀਜ਼ ਹੈਗੀ ਹੈ, ਇਸ ਦੇ ਲਈ ਅਗਵਾਈ ਜਿਹੜੀ ਹੈ ਉਹ ਕੌਮੀ ਲੀਡਰਸ਼ਿਪ ਦਿੰਦੀ ਹੁੰਦੀ ਹੈ। ਉਹ ਅਗਵਾਈ ਭਾਈ ਝੱਬਰ ਵਰਗੇ ਦਿੰਦੇ ਆ, ਭਾਈ ਲਛਮਣ ਸਿੰਘ ਵਰਗੇ ਦਿੰਦੇ ਆ, ਉਹ ਕੌਮੀ ਆਗੂ ਦਿੰਦੇ ਹੁੰਦੇ ਆ। ਔਰ ਉਸ ਤੋਂ ਬਾਅਦ ਪੂਰੀ ਕੌਮ ਨੇ ਜਿਹੜਾ ਪ੍ਰੋਗਰਾਮ ਦਿੱਤਾ, ਔਰ ਜਿਹੜੀ ਉਹ ਹਾਲਾਤ ਹੈਗੇ ਆ, ਉਹਨੂੰ ਸ਼ਾਇਦ ਈਸ਼ਰ ਸਿੰਘ ਭਾਈਆ ਹਾਲਾਂ ਹਾਸ ਰਸ ਦੇ ਕਵੀ ਸੀ, ਪਰ ਉਹਨਾਂ ਦੀ ਵਿੱਚੋਂ ਵੀ ਵੇਦਨਾ ਨਿਕਲੀ। ਉਹਨਾਂ ਨੇ ਕਿਹਾ ਤੈਨੂੰ ਕੀ, ਉਹਨਾਂ ਨੇ ਲਿਖਿਆ ਸੀ, ਕਹਿੰਦੇ ਪਤਾ ਨਹੀਂ ਕਿ ਸਾਥੋਂ ਕਸੂਰ ਹੋਇਆ, ਨਾ ਲਾਹੌਰ ਰਿਹਾ ਨਾ ਕਸੂਰ ਨਾਨਕ, ਲੋਕਾਂ ਵੰਡੀਆਂ ਪਾ ਕੇ ਮੁਲਕ ਵੰਡ ਲੈ, ਸਾਡੇ ਲਈ ਹੈ ਲੱਡੂਆਂ ਦਾ ਬੂਰ ਨਾਨਕ, ਹੱਥ ਜੋੜ ਕੇ ਆਪਣਾ ਹੱਕ ਮੰਗੀਏ, ਅੱਗੋਂ ਕਹਿੰਦੇ ਨੇ ਉਹ ਹਜ਼ੂਰ ਨਾਨਕ, ਅੱਜ ਸਿੱਖਾਂ ਦੇ ਭੈੜੇ ਦਿਮਾਗ ਅੰਦਰ ਆ ਗਿਆ ਏ ਕੋਈ ਫਤੂਰ ਨਾਨਕ। ਜਿਹੜੀ ਤੁਸੀਂ ਗੱਲ ਕੀਤੀ ਕਿ ਮਹਾਤਮਾ ਗਾਂਧੀ ਨੇ ਜਿਹੜਾ ਉਸ ਵੇਲੇ ਕਿਹਾ, ਇਹ ਬੜਾ ਅਹਿਮ ਹੈ ਸਵਾਲ। ਮਹਾਤਮਾ ਗਾਂਧੀ ਨੇ ਜਦੋਂ ਦਰਬਾਰ ਸਾਹਿਬ ਦੀਆਂ ਕੁੰਜੀਆਂ ਮਿਲੀਆਂ ਸੀ, ਮਹਾਤਮਾ ਗਾਂਧੀ ਨੇ ਬਾਬਾ ਖੜਕ ਸਿੰਘ ਨੂੰ ਟੈਲੀਗ੍ਰਾਮ ਭੇਜੀ ਸੀ ਕਿ ਦੇਸ਼ ਦੀ ਆਜ਼ਾਦੀ ਦੀ ਪਹਿਲੀ ਵੱਡੀ ਲੜਾਈ ਜਿੱਤੀ, ਅੱਧੀ ਨਹੀਂ ਵੱਡੀ ਲੜਾਈ ਜਿੱਤੀ, ਇਹ ਉਹਨੇ ਕਿਹਾ। ਪਰ ਉਹਦੀ ਇੱਕ ਕੁੰਡੀ ਸੀ, ਗਾਂਧੀ ਬਹੁਤ ਸਿੰਪਲ ਵੀ ਨਹੀਂ ਸੀਗਾ। ਉਹ ਮਹਾਤਮਾ ਗਾਂਧੀ ਉੱਥੇ 3 ਮਾਰਚ ਨੂੰ ਪਹੁੰਚ ਗਿਆ, ਨਨਕਾਣਾ ਸਾਹਿਬ ਪਹੁੰਚਿਆ, ਬੜੀ ਤਾਰੀਫ ਕੀਤੀ ਕਿ ਤੁਸੀਂ ਬਹੁਤ ਚੰਗਾ ਕੀਤਾ, ਕੁਰਬਾਨੀ ਦਿੱਤੀ, ਅਮਨ ਰੱਖਿਆ, ਸ਼ਾਂਤਮਈ ਰਹਿ ਕੇ ਕੁਰਬਾਨੀ ਕੀਤੀ। ਪਰ ਉਹ ਦੂਜੇ ਅੰਗ ਨੂੰ ਬਿਲਕੁਲ ਅਛੂਤਾ ਛੱਡ ਦਿੰਦਾ ਹੈ, ਜਿਸ ਤਰੀਕੇ ਨਾਲ ਉਹਨਾਂ ਨੇ ਕਬਜ਼ਾ ਲਿਆ। ਉਹਦਾ ਇਹੀ ਸੀਗਾ ਕਿ ਅੱਗੋਂ ਵੀ ਤੁਸੀਂ ਉਹੀ ਗਾਂਧੀਵਾਦੀ ਤਰੀਕਾ ਵਰਤੋ ਕਿ ਤੁਸੀਂ ਜੋ ਮਰਜ਼ੀ ਤੁਹਾਡੇ ਨਾਲ ਹੋ ਜਾਏ, ਤੁਸੀਂ ਬਿਲਕੁਲ ਅੱਗੋਂ ਕੁਝ ਹੱਥ ਨਹੀਂ ਚੁੱਕਣੇ। ਇਹ ਬੜੀ ਵੱਡੀ ਤਬਦੀਲੀ ਸੀ। ਸਿੱਖ ਪੰਥ 2 ਤਰੀਕੇ ਵਰਤਦਾ। ਗੁਰੂ ਸਾਹਿਬ ਦਾ ਹੁਕਮ ਹੈ, ਚੂਕਾਰ ਅਜ਼ਹਮਾ ਹੀਲ ਤੇ ਦਰਗੁਜ਼ਸ਼ਤ, ਹਲਾਲ ਅਸਤ ਬੁਰਦਨ ਬਸ਼ਮਸ਼ੀਰੇ ਦਸਤ, ਖੜਗ ਹਾਥ ਜਿਨ ਤਜੋ ਖੜਗ ਦਹਰਾ ਸਹੋ। ਉਹਨਾਂ ਨੇ ਪਹਿਲਾ ਤਰੀਕਾ ਵਰਤ ਕੇ ਅਗਲੇ ਨੂੰ ਟਾਈਮ ਦਿੱਤਾ, ਉਹਦੇ ਬਾਅਦ ਇਹ ਦੂਜਾ ਕੀਤਾ। ਇਸ ਸ਼ਹਾਦਤ ਨੇ ਕੌਮ ਨੂੰ ਕੀ ਦਿੱਤਾ? ਇੱਕ ਹੋਰ ਅਗਲਾ ਜਿਹੜਾ, ਇਹ ਵੀ ਇੱਕ ਬਹੁਤ ਵੱਡਾ ਜਿਹੜਾ ਸਵਾਲ ਹੈਗਾ, ਔਰ ਕੌਮ ਨੇ ਇਸ ਨੂੰ ਉਹਦੇ ਤੇ ਫਿਰ ਕਿਦਾਂ ਫੁੱਲ ਚੜਾਇਆ। ਇਹ ਸਵਾਲ ਦਾ ਜਵਾਬ ਵੀ ਤੁਹਾਡੇ ਤੋਂ ਹੀ ਲੈਣਾ ਹੈ, ਲੇਕਿਨ ਬਹੁਤ ਸੰਖੇਪ ਚ ਰੱਖਿਓ। ਲੇਕਿਨ ਦੂਜਾ ਜਿਹੜਾ ਵੱਡਾ ਸਵਾਲ ਆ ਕਿ ਅੱਜ ਇਧਰਲੇ ਪਾਸੇ 2 ਜਗ੍ਹਾ ਤੇ, ਇੱਕ ਸ਼ਹੀਦ ਲਛਮਣ ਸਿੰਘ ਧਾਰੋਵਾਲੀ ਦਾ ਪਿੰਡ ਹੈ ਧਾਰੋਵਾਲੀ, ਉੱਥੇ ਪੰਜਾਬ ਸਰਕਾਰ ਦੇ ਵਜ਼ੀਰ ਵੀ ਉਸੇ ਪਿੰਡ ਦੇ ਨੇ, ਸੁਖਜਿੰਦਰ ਸਿੰਘ ਰੰਧਾਵਾ ਜੀ, ਉਹ ਮਨਾ ਰਹੇ ਨੇ। ਦੂਜੇ ਬੰਨੇ ਜਿੱਥੇ ਭਾਈ ਲਛਮਣ ਸਿੰਘ ਦੇ ਪਰਿਵਾਰ ਦੇ ਬਾਕੀ ਲੋਕ ਜਾ ਕੇ ਵੱਸ ਗਏ, ਗੋਦਰਪੁਰ, ਸਿੱਖ ਪੰਥ ਜਿਹਨੂੰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਜ਼ਰੀਓਂ ਦੇਖਦੇ ਆ, ਉਹ ਕਹਿੰਦੇ ਜੀ ਇਹ ਅਸੀਂ ਇੱਥੇ ਮਨਾ ਰਹੇ ਹਾਂ, ਔਰ 3 ਦਿਨ ਤੋਂ ਉੱਥੇ ਸਮਾਗਮ, ਉਹਨਾਂ ਦੀ ਕੀ ਰੂਪਰੇਖਾ ਉਹ ਅਲੱਗ ਇਸ਼ੂ ਆ, ਲੇਕਿਨ 2 ਥਾਵਾਂ ਤੇ ਵੰਡ ਕੇ ਅਸੀਂ ਇਹ ਦਿਨ ਨੂੰ ਆਪਣੇ ਢੰਗ ਨਾਲ ਅੱਗੇ ਲਿਜਾ ਰਹੇ ਹਾਂ। ਹੁਣ ਇਹ ਵੀ ਸਵਾਲ ਆ ਕਿ ਇੱਕ ਬੰਨੇ ਗਵਰਨਮੈਂਟ ਬਹਾਨਾ ਲਾ ਕੇ ਤੁਹਾਨੂੰ ਉਸ ਦਰ ਦੇ ਉੱਤੇ ਜਾ ਕੇ ਆਪਣੀ ਭਾਵਨਾਵਾਂ ਨੂੰ ਉਹ ਠਾਰਨ ਦਾ ਮੌਕਾ ਨਹੀਂ ਦੇ ਰਹੀ, ਦੂਜੇ ਬੰਨੇ ਸਾਡੇ ਇੱਥੇ ਵੀ ਹਿਰਦੇ ਤਪਦੇ ਆ, ਧਾਰੋਵਾਲੀ ਜਾਂ ਗੋਦਰਪੁਰ। ਤੇ ਤੀਜਾ ਸਵਾਲ ਜਿਹਦਾ ਤੁਸੀਂ ਆਨਸਰ ਕਰਨਾ ਹੈ ਕਿ ਕੌਮ ਨੂੰ ਇਸ ਤੋਂ ਮਿਲਿਆ ਕੀ, ਸਬਕ ਕੀ ਹੈ? ਜੀ ਦੇਖੋ, ਜੇ ਤਾਂ ਕੋਈ ਵੀ ਜਿਹੜਾ ਉਸ ਦਿਨ ਨੂੰ ਮਨਾਉਂਦਾ ਔਰ ਉਹਨਾਂ ਦੇ ਮਿਸ਼ਨ ਨੂੰ ਅੱਗੇ ਤੋਰਦਾ, ਭਾਵੇਂ ਕੋਈ ਵੀ ਮਨਾ ਲਵੇ, ਉਹਦੇ 'ਚ ਕੋਈ ਫਰਕ ਨਹੀਂ ਪੈਣਾ। ਪਰ ਪੰਥਕ ਤੌਰ ਦੇ ਉੱਤੇ ਜਿਹੜੀ ਪੰਥ ਦੀ ਜਿਹੜੀ ਸ਼੍ਰੋਮਣੀ ਜਮਾਤ ਹੈ, ਜਿਹੜੀ ਸਿਰਮੌਰ ਜਮਾਤ ਹੈ, ਉਹਨੂੰ ਕੇਵਲ ਮਨਾ ਲੈਣ ਨਾਲ ਹੀ ਗੱਲ ਨਹੀਂ ਹੋਣੀ, ਉਹਨਾਂ ਨੂੰ ਕੋਈ ਨਾ ਕੋਈ ਪ੍ਰੋਗਰਾਮ ਦੇਣਾ ਪੈਣਾ ਹੈਗਾ ਜੇ ਅੱਗੇ ਕਰਨਾ। ਕਿਉਂਕਿ ਗੱਲ ਜਿਹੜੀ ਅਰਦਾਸ ਸੀਗੀ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ, ਇਹ ਗੁਰਦੁਆਰਾ ਸੁਧਾਰ ਲਹਿਰ ਦਾ ਪਹਿਲਾ ਮਰਹਲਾ ਸੀ, ਪਹਿਲੀ ਵੱਡੀ ਜਿੱਤ ਸੀ ਗੁਰਦੁਆਰਾ ਸੁਧਾਰ ਲਹਿਰ ਦੀ। ਹਾਲਾਂਕਿ ਇਸ ਤੋਂ ਪਹਿਲੇ ਕਈ ਗੁਰਦੁਆਰੇ, ਬਾਬੇ ਦੀ ਬੇਰ ਹੈਗੀ ਹੈ, ਸਿਆਲਕੋਟ, ਹੋਰ ਦੂਜੇ ਤੀਜੇ ਭਾਈ ਜੋਗਾ ਸਿੰਘ ਦਾ, ਉਹ ਪੰਥ ਨੂੰ ਮਿਲ ਚੁੱਕੇ ਸੀ। ਪਰ ਇਤਨੀਆਂ ਸ਼ਹਾਦਤਾਂ ਦੇ ਕੇ ਇਸ ਦੇ ਬਾਅਦ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਹੈ, ਯਾਨੀ ਕਿ ਇਹ ਉਹਨਾਂ ਦੀ ਦੇਣ ਸੀ। ਪਰ ਉਸ ਵੇਲੇ ਪੰਥ ਨੇ ਸਮੁੱਚੇ ਤੌਰ ਦੇ ਉੱਤੇ ਕੌਮ ਨੂੰ ਕੁਝ ਹੁਕਮ ਜਾਰੀ ਕੀਤੇ, ਕੁਝ ਨਿਸ਼ਾਨੇ ਦਿੱਤੇ। ਉਹਨਾਂ ਚੋਂ ਪਹਿਲਾ ਇਹ ਸੀਗਾ, ਉਹਨਾਂ ਨੇ ਇੱਕ ਆਦੇਸ਼ ਦਿੱਤਾ ਕਿ ਹਰ ਸਿੱਖ ਕਾਲੀ ਦਸਤਾਰ ਸਜਾਏਗਾ ਜੀ।
ਇਹ ਪ੍ਰੋਟੈਸਟ ਸੀਗਾ, ਬੜਾ ਵੱਡਾ ਪ੍ਰੋਟੈਸਟ ਸੀਗਾ। ਔਰ ਉਸ ਵੇਲੇ ਕਾਲੀ ਦਸਤਾਰ ਸਜਾਣਾ, ਉਹਦਾ ਅਗਰ ਪੈਰਲਲ ਜਿਹੜਾ ਦੇਖਣਾ ਹੈਗਾ, ਉਹ ਦੋ ਚੀਜ਼ਾਂ ਇਹਦੇ ਚ ਦੇਖੋ ਪੈਰਲਲ ਦੇਖਣੀਆਂ ਹੋਣ। ਅਗਰ ਉਸ ਮਹੰਤ, ਕਰਪਟ ਮਹੰਤ ਦਾ ਕਿਰਦਾਰ ਵੇਖਣਾ, ਉਹਦਾ ਰੁਤਬਾ ਵੇਖਣਾ ਕਿ ਕਿਉਂ ਐਡੀ ਵੱਡੀ ਸੰਗਤ ਹੁੰਦਿਆਂ, ਸਾਰੇ ਉੱਥੇ ਹੁੰਦਿਆਂ, ਸਿੰਘਾਂ ਦੇ ਹੁੰਦਿਆਂ, ਕਿਉਂ ਨਹੀਂ ਉਸ ਨੂੰ ਕਾਬੂ ਕਰ ਪਾਏ, ਇੱਕ ਬੜਾ ਵੱਡਾ ਸਵਾਲ ਹੈ। ਉਹਦਾ ਰੁਤਬਾ ਜੇ ਅੱਜ ਪੈਰਲਲ 'ਚ ਦੇਖਣਾ ਹੋਏ ਤਾਂ ਤੁਹਾਡੇ ਸਾਹਮਣੇ ਹੈ, ਜਿਵੇਂ ਸਿਰਸੇ ਵਾਲਾ ਸਾਧ ਸੀਗਾ ਜੀ, ਇੱਕ ਕੱਲਾ ਬੰਦਾ, ਸਾਰੀ ਦੀ ਸਾਰੀ ਸ਼੍ਰੋਮਣੀ ਕਮੇਟੀ ਵੀ ਉਹਦੇ ਅੱਗੇ ਝੁਕ ਗਈ, ਸਾਰਾ ਪੰਥ ਝੁਕ ਗਿਆ, ਸਰਕਾਰਾਂ ਝੁਕ ਗਈਆਂ, ਹਰ ਕੋਈ ਝੁਕ ਗਿਆ, ਕੋਈ ਇੰਡੀਵਿਜੂਅਲ ਬੋਲਣ ਦੀ ਜ਼ਰੂਰਤ ਨਹੀਂ ਸੀ ਕਰਦਾ। ਬਸ ਉਸ ਤੋਂ ਅੰਦਾਜ਼ਾ ਲਾ ਲਓ, ਉਸ ਤੋਂ ਕਈ ਗੁਣਾ ਵੱਧ ਉਸ ਤਾਕਤ ਉਸ ਮਹੰਤ ਕੋਲ ਸੀਗੀ, ਜਿਹਦੇ ਪਿੱਛੇ ਬਰਤਾਨੀਆ ਸਰਕਾਰ ਸੀਗੀ, ਉਹਦੀ ਮਿਲਟਰੀ ਸੀਗੀ, ਸਾਡੇ ਬੰਦੇ ਉਹਦੇ ਨਾਲ ਸੀਗੇ, ਸਾਡੇ ਬੰਦੇ ਉਹਦੀ ਹਮਾਇਤ ਕਰ ਰਹੇ ਸੀਗੇ, ਪਹਿਲਾ। ਦੂਜਾ, ਇਹ ਜਿਹੜੀ ਕਾਲੀ ਦਸਤਾਰ ਜਿਹੜੀ ਸਜਾਣ ਦਾ ਹੁਕਮ ਸੀ, ਇਤਨਾ ਖਤਰਨਾਕ ਸੀਗਾ ਪ੍ਰੋਟੈਸਟ ਦਾ, ਕਿ ਅੰਗਰੇਜ਼ਾਂ ਦੇ ਖਿਲਾਫ ਕੋਈ ਸ਼ਰੇਆਮ ਪ੍ਰੋਟੈਸਟ ਕਰ ਰਿਹਾ। ਇਸ ਤੋਂ ਪਹਿਲੇ ਬਜਬਜ ਘਾਟ ਦਾ ਸਾਕਾ ਹੋ ਚੁੱਕਾ ਸੀ, ਉਹਦਾ ਜਲਿਆਂਵਾਲੇ ਬਾਗ ਦਾ ਹੋ ਚੁੱਕਾ ਸੀ। ਫਿਰ ਇਹ ਜਦੋਂ ਹੁੰਦਾ, ਇਹ ਸਰਕਾਰ ਦੇ ਕੰਨ ਖੜੇ ਹੋ ਗਏ, ਇਹ ਤਾਂ ਕਾਲੀ ਦਸਤਾਰ ਲਿਆ ਕੇ ਇਹਦਾ ਪੈਰਲਲ ਲੈਣਾ ਹੋਏ, ਇਦਾਂ ਹੀ ਹੈ ਜਿਵੇਂ ਅੱਜ ਕੋਈ ਨਿਸ਼ਾਨ ਸਾਹਿਬ ਲੈ ਕੇ ਤੇ ਦਿੱਲੀ ਦੀਆਂ ਸੜਕਾਂ ਦੇ ਉੱਤੇ ਘੁੰਮ ਰਿਹਾ, ਸਰਕਾਰ ਨੂੰ ਉਹ ਨਜ਼ਰ ਆਉਂਦਾ ਹੈ ਕਿ ਇਹ ਜਿਹੜੀ ਹੈ ਬਗਾਵਤ ਦਾ ਚਿੰਨ੍ਹ ਹੈ। ਔਰ ਉਸ ਦੀ ਵੱਡੀ ਚੀਜ਼ ਦੇਖੋ ਕਿ ਫੌਜ ਵਿੱਚ ਵੀ ਸਿੰਘਾਂ ਨੇ ਆਪਣੀਆਂ ਦਸਤਾਰਾਂ ਕਾਲੀਆਂ ਬੰਨ ਲਈਆਂ। ਫੌਜੀ ਦੇ ਲਈ ਇਸ ਤੋਂ ਵੱਡਾ ਮੇਰਾ ਖਿਆਲ ਹੈ ਕੋਈ ਆਫੈਂਸ ਨਹੀਂ ਹੋ ਸਕਦਾ। ਔਰ ਸਭ ਤੋਂ ਵੱਡੀ ਗੱਲ, ਫਿਰ ਉੱਥੇ ਦੇਖੋ ਦੋ ਪਾਸੇ ਨਾਲ ਤੁਰਦੇ ਆ, ਤੇ ਹਨੇਰਾ ਤੇ ਚਾਨਣ ਪੱਖ ਜਿਹੜਾ ਹੈ, ਹਾਲਾਂ ਉਸ ਵੇਲੇ ਕਿੰਨੀਆਂ ਸਿੱਖ ਸਟੇਟਾਂ ਸੀ, ਕਿੰਨੀਆਂ ਰਿਆਸਤਾਂ ਸੀਗੀਆਂ। ਔਰ ਜਦੋਂ ਪੰਥ ਨੇ ਹੁਕਮ ਕੀਤਾ ਕਿ 5 ਅਪ੍ਰੈਲ ਨੂੰ ਸਾਰੇ ਸੰਸਾਰ ਦੇ ਵਿੱਚ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਦਿਨ ਮਨਾਇਆ ਜਾਏਗਾ, ਉਹਦੇ ਵਿੱਚ ਤੁਸੀਂ ਅਖੰਡ ਪਾਠ ਸਾਹਿਬ ਰੱਖ ਕੇ ਉਹਨਾਂ ਦੀ ਸਮਾਪਤੀ ਕੀਤੀ ਜਾਏ। ਸਿਰਫ ਇੱਕ ਸਟੇਟ ਸੀ, ਕੇਵਲ ਇੱਕ ਸਟੇਟ ਸੀ ਜਿਨ੍ਹਾਂ ਨੇ ਇਸ ਤੇ ਹੁਕਮ ਜਾਰੀ ਕੀਤਾ, ਉਹ ਸੀ ਨਾਭੇ ਦੀ ਸਟੇਟ। ਮਹਾਰਾਜਾ ਰਿਪੁਦਮਨ ਸਿੰਘ ਨੇ ਬਕਾਇਦਾ ਹੁਕਮ ਜਾਰੀ ਕੀਤਾ, ਲਿਖਤੀ ਹੁਕਮ ਜਾਰੀ ਕੀਤਾ ਕਿ ਇਸ ਦਿਨ ਸਾਰੀਆਂ ਅਦਾਲਤਾਂ, ਸਾਰੇ ਦਫ਼ਤਰ, ਸਾਰਾ ਕੁਝ ਕੰਮ ਬੰਦ ਹੋਏਗਾ। ਜਿੰਨੀਆਂ ਸਾਡੀਆਂ ਬੁਰਜੀਆਂ, ਅਟਾਰੀਆਂ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਉਹ ਭੋਗ ਪਾਏ ਜਾਣਗੇ। ਬਾਬਾ ਅਜੈਪਾਲ ਸਿੰਘ ਦੇ ਗੁਰਦੁਆਰੇ, ਘੋੜਿਆਂ ਵਾਲੇ ਗੁਰਦੁਆਰੇ, ਉਹਦੇ ਵਿੱਚ ਭੋਗ ਪਾਏ ਗਏ। ਦੀਵਾਨ ਹੋਇਆ, ਗਿਆਨੀ ਗਿਆਨ ਸਿੰਘ ਤਾਬਿਆ ਬੈਠੇ ਸੀ, ਔਰ ਉਹਦੇ ਵਿੱਚ ਚਰਨ ਸਿੰਘ ਸ਼ਹੀਦ ਨੇ ਇੱਕ ਸ਼ਹੀਦਾਂ ਦੇ ਲਈ ਇੱਕ ਨਜ਼ਮ ਉਹਨਾਂ ਨੇ ਪੜ੍ਹੀ ਸੀ, ਉੱਥੇ ਉਹਨਾਂ ਨੇ, ਹਾਂ, ਉਹ ਉਹਨਾਂ ਨੇ ਪੜ੍ਹੀ। ਔਰ ਇਹਦੇ ਵਿੱਚ ਇਹ ਜਿਹੜਾ ਕੀਤਾ ਗਿਆ, ਉਹਦੇ ਵਿੱਚ ਜ਼ਿਕਰ ਆਉਂਦਾ ਹੈ ਬਸਰੇ ਔਰ ਇਰਾਕ ਵਗੈਰਾ ਚ ਉਸ ਵੇਲੇ ਬਹੁਤ ਸਿੰਘ ਸੀ, ਇੱਕ ਦਿਨ ਦੇ ਵਿੱਚ 1.5 ਲੱਖ ਕਾਲੀਆਂ ਦਸਤਾਰਾਂ ਵਿਕੀਆਂ ਸੀ। ਇਤਨਾ ਜੋਸ਼ ਜਿਹੜਾ ਦੂਜੀ ਜਿਹੜੀ ਕੌਮ ਨੂੰ ਪ੍ਰਾਪਤੀ ਹੋਈ, ਉਹ ਪ੍ਰਾਪਤੀ ਸੀ ਸ਼ਹੀਦ ਸਿੱਖ ਮਿਸ਼ਨਰੀ ਕਾਲਜ। ਇਹ ਉਹਦੀ ਦੇਣ ਹੈ ਕਿ ਉਹ ਜਿਹੜਾ ਹੋਣਾ। ਸੋ ਹੁਣ ਵੀ ਚਾਹੀਦਾ ਕਿ ਚਲੋ, ਜਿਵੇਂ ਸਵੇਰ ਵੇਲੇ ਦਰਬਾਰ ਸਾਹਿਬ ਦੇ ਬਾਹਰ ਬੈਠ ਕੇ ਸੰਗਤਾਂ ਕੀਰਤਨ ਕਰਦੀਆਂ ਹੁੰਦੀਆਂ, ਦਰਸ਼ਨ ਦੀਜੇ ਖੋਲ ਕੇ ਵਾੜ, ਸ਼ਾਇਦ ਪੰਥ ਵੱਲੋਂ ਕੋਈ ਐਸਾ ਹੋਏ ਬਾਰਡਰ ਦੇ ਉੱਤੇ ਬੈਠ ਕੇ ਹੀ ਇਹ ਸਮਾਗਮ ਕਰ ਲਿਆ ਜਾਏ ਕਿ ਇਹ ਜਿਹੜੇ ਹੈ, ਇਹ ਵੀ ਬੰਦਿਸ਼ਾਂ ਜਿਹੜੀਆਂ ਟੁੱਟਣ, ਦਰਸ਼ਨ ਦੀਜੇ ਖੋਲ ਕੇ ਵਾੜ, ਉਹਨਾਂ ਸ਼ਹੀਦਾਂ ਦੀ ਉਹ ਯਾਦਗਾਰ ਦਾ ਜਿਹੜਾ ਹੈਗਾ, ਇਹ ਇੱਕ ਹੋ ਸਕਦਾ। ਬਾਕੀ ਮੈਂ ਉਹ ਜ਼ਰੂਰ ਪੜ੍ਹ ਕੇ ਦੱਸਣਾ ਚਾਹਾਂਗਾ, ਮੇਰੇ ਕੋਲ ਉਹ ਹੈਗਾ ਜਿਹੜਾ ਉਹਦੇ ਵਿੱਚ, ਕਿਉਂਕਿ ਭਾਈ ਲਛਮਣ ਸਿੰਘ ਉਸ ਤਾਬਿਆ ਬੈਠੇ ਸੀ, ਔਰ ਉਹ ਜਿਹੜੀ ਗੋਲੀ ਉਹਨਾਂ ਨੂੰ ਲੱਗੀ, ਪਹਿਲੀ ਗੋਲੀ ਜਿਹੜੀ ਸੀ ਗੁਰੂ ਗ੍ਰੰਥ ਸਾਹਿਬ ਨੂੰ ਲੱਗੀ ਸੀ। ਚਰਨ ਸਿੰਘ ਸ਼ਹੀਦ ਜਿਹੜੇ ਬਹੁਤ ਸੁੰਦਰ ਲਿਖਦੇ ਸੀ, ਉਹਨਾਂ ਨੇ ਉਸ ਵੇਲੇ ਲਿਖੀਆਂ ਸੀ, ਕਹਿੰਦੇ ਸੱਚੇ ਪਿਤਾ ਦੀ ਗੋਦ ਬੈਠੇ ਪੁੱਤਰਾਂ ਨੂੰ ਮਾਰਿਆ, ਮਿੱਟੀ ਦਾ ਪਾ ਕੇ ਤੇਲ ਜਿੰਦਾ ਦਿਓਤਿਆਂ ਨੂੰ ਜਾਰਿਆ, ਕੀਮਾ ਬਣਾਇਆ ਕੁੱਟ ਕੇ ਨਿਤ ਭੱਠੀਆਂ ਦੇ ਡਾਰਿਆ, ਪੀਤਾ ਲਹੂ ਭਰ ਭਰ ਕੇ ਚੂਲੀਆਂ ਰੂਪ ਰਾਕਸ਼ ਧਾਰਿਆ, ਸਿੱਖਾਂ ਦੇ ਟੁਕੜੇ ਖਾਣ ਵਾਲੇ ਸਾਧਨਾ ਹਜ਼ਾਰ ਨੇ, ਸਿੱਖਾਂ ਦੇ ਟੁਕੜੇ ਕਰ ਆਪਣੀ ਦੁਸ਼ਟਤਾ ਤੋਂ ਵਾਰ ਨੇ। ਉਹਦੇ ਬਾਅਦ ਉਹਨਾਂ ਨੇ ਜਿਹੜੀ ਲਾਸਟ ਲਾਈਨਾਂ ਉਹਦੇ ਚ ਲਿਖੀਆਂ ਸੀ ਕਿ ਉਹਨਾਂ ਨੇ ਕਿਹਾ, ਕਹਿੰਦੇ ਗੁਰੂ ਸ਼ਮਾ ਜਦ ਸਿੱਖ ਪਰਵਾਨੇ ਜਿਸਮ ਜਲਵਾ ਗਏ, ਫੌਰਨ ਸਵਾਗਤ ਹੇਤ ਅਰਸ਼ੋਂ ਦਲ ਸ਼ਹੀਦੀ ਆ ਗਏ, ਮੰਸੂਰ ਹਸਨ ਹੁਸੈਨ ਈਸਾ ਮਰਹਬਾ ਫਰਮਾ ਗਏ,
ਸਰਮਦ ਹਕੀਕਤ ਸ਼ਮਸ ਤੇ ਸੁਕਰਾਤ ਜੱਫੀ ਪਾ ਗਏ। ਮੈਂ ਦੇਖਦਾ ਹਾਂ ਇਸ ਜਗ੍ਹਾ ਹਰ ਰੋਜ਼ ਰੂਹਾਂ ਆਂਦੀਆਂ, ਅਸਚਰਜ ਸ਼ਹੀਦੀ ਥਾਨ ਤੇ ਅਸਚਰਜ ਫੁੱਲ ਚੜਾਉਂਦੀਆਂ। ਲੋਕੀ ਨੇ ਕਹਿੰਦੇ ਵੀਰ ਸਾਡੇ ਜਾਨ ਹੈ ਗਵਾ ਗਏ। ਉਹ ਭੋਲਿਓ ਉਹ ਵੀਰ ਸੱਚੇ ਅਸਲ ਜੀਵਨ ਪਾ ਗਏ। ਉਹ ਨਾਮ ਆਪਣੇ ਦੇਸ਼ ਤੇ ਸੰਸਾਰ ਦਾ ਚਮਕਾ ਗਏ। ਸਿੱਖ ਕੌਮ ਤਾਈਂ ਹੋਰ ਉੱਚੇ ਤਖਤ ਤੇ ਬਿਠਲਾ ਗਏ। ਗੁਰਦੁਆਰਿਆਂ ਦੀ ਮੈਲ ਨੂੰ ਨਿਜ ਖੂਨ ਦੇ ਸੰਗ ਧੋ ਗਏ। ਸਿੱਖਾਂ ਦੀ ਪਾਟੋ ਧਾੜ ਨੂੰ ਜੜ ਮੇਖ ਤੋਂ ਹੀ ਪਹੁੰਚ ਗਏ। ਇਹ ਉਹਨਾਂ ਨੇ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।